हाँ जी, वेलकम टू स्टार अकेडमी फॉर कॉम्पिटिटिव एग्जाम विद रेफरेंस टू कंपोज इंटरनेट कैफे एंड स्मार्ट स्टडी इंस्टीट्यूट ਅਰਨੀ ਵਾਲਾ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਾਂ ਪੰਜਾਬ ਪੁਲਿਸ ਦਾ ਇੱਕ ਸਪੈਸ਼ਲ ਬੈਚ ਔਰ PSSB ਕਲਰਕ ਦਾ ਸਪੈਸ਼ਲ ਬੈਚ ਸਟਾਰਟ ਕੀਤਾ ਹੈ ਔਰ ਉਸ ਬੈਚ ਦੇ ਵਿੱਚ ਆਪਾਂ ਜਿਹੜਾ ਅੱਜ ਇੱਕ ਨਵਾਂ ਟੌਪਿਕ ਕਰਨ ਜਾ ਰਹੇ ਹਾਂ ਵੀ ਔਰ ਉਹ ਟੌਪਿਕ ਕੀ ਹੈ ਟਾਈਮ ਐਂਡ ਵਰਕ। ਔਰ ਇਸ ਜਿਹੜਾ ਟਾਈਮ ਐਂਡ ਵਰਕ ਹੈ ਇਸ ਟਾਈਮ ਐਂਡ ਵਰਕ ਦੀ ਜਿਹੜੀ ਵੇਟੇਜ ਹੈ ਪੇਪਰ ਦੇ ਵਿੱਚ ਕਾਫੀ ਜ਼ਿਆਦਾ ਹੈ। ਹਰ ਇੱਕ ਪੇਪਰ ਦੇ ਵਿੱਚ ਚਾਹੇ ਉਹ ਪੰਜਾਬ ਪੁਲਿਸ ਦਾ ਔਰ ਚਾਹੇ ਕੀ ਹੈ ਉਹ PSSB ਕਲਰਕ ਹੈ ਵੀ ਉਹਦੇ ਵਿੱਚ ਕੀ ਹੈ ਇਹਦੇ ਵਿੱਚ 2-3 ਕੁਐਸਚਨ ਪੱਕੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਵੀ। ठीक है, तो चलो इस टॉपिक में ਆਪਾਂ ਕਰਦੇ ਹਾਂ ਸਮਝਦੇ ਹਾਂ ਬੇਸਿਕ ਤੋਂ ਸਟਾਰਟਿੰਗ ਤੋਂ ਜ਼ੀਰੋ ਲੈਵਲ ਤੋਂ ਕਿ ਇਸ ਟੌਪਿਕ ਦੇ ਵਿੱਚ ਕੀ ਹੈ। ठीक है, क्वेश्चन किवें अटैम्प्ट करने होंगे है, ਇਹਦਾ बेस ਕੀ ਹੈ, ਕਿੰਨੇ ਤਰ੍ਹਾਂ ਦੇ क्वेश्चन ਬਣਦੇ ਆ, ਉਹ ਸਾਰਾ ਕੁਝ ਆਪਾਂ ਟਾਈਮ ਐਂਡ ਵਰਕ ਦੇ ਵਿੱਚ ਕੰਪਲੀਟ ਕਰਦੇ ਹਾਂ। ਤਾਂ ਚਲੋ ਸ਼ੁਰੂਆਤ ਕਰਦੇ ਹਾਂ ਪਹਿਲੇ क्वेश्चन ਦੀ। ठीक है, ਤਾਂ ਦੇਖੋ ਉਹਨੇ क्वेश्चन ਦੇ ਵਿੱਚ ਕੀ ਪੁੱਛਿਆ ਹੈ ਕਿ ਕਹਿੰਦਾ A ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਸਕਦਾ ਹੈ, B ਉਸੇ ਹੀ ਕੰਮ ਨੂੰ 15 ਦਿਨਾਂ ਦੇ ਵਿੱਚ ਕਰ ਸਕਦਾ ਹੈ, ਤਾਂ ਦੋਨੋਂ ਮਿਲ ਕੇ ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਨਗੇ। ठीक है, तो की पूछा गया क्वेश्चन दे विच देखो टाइम एंड वर्क की है वो कहता कि ए जिहड़ा ना ए किसी काम नूं की करदा है 10 दिनां दे विच भी ए जिहड़ा है वो किसी काम नूं 10 दिनां दे विच कर सकदा है और बी जिहड़ा बी उसे ही काम नूं की है 15 दिनां दे विच कर सकदा है भी। ਤਾਂ ਦੋਨੋਂ ਮਿਲ ਕੇ ਉਸ ਕੰਮ ਨੂੰ ਕਿੰਨੇ ਦਿਨਾਂ। ਦੇਖੋ ਆਪਾਂ ਜਿਹੜਾ ਟਾਈਮ ਐਂਡ ਵਰਕ ਸਟਾਰਟ ਕਰਨਾ ਹੈ ਨਾ ਤਾਂ ਇਹ ਜਿਵੇਂ ਕਿ ਦਾ ਨਾਂ ਹੀ ਹੈ ਕਿ ਟਾਈਮ ਔਰ ਵਰਕ। ਤਾਂ ਵਰਕ ਕੀ ਹੈ ਇੱਥੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਰਕ ਹੈ ਕੀ। ਤਾਂ ਵਰਕ ਆਪਾਂ ਕੀ ਮੰਨ ਕੇ ਚੱਲਣਾ ਹੈ, ਵਰਕ ਜਿਹੜਾ ਆਪਾਂ ਮੰਨ ਕੇ ਚੱਲਣਾ ਹੈ ਉਹ ਇਹ ਮੰਨ ਕੇ ਚੱਲਾਂਗੇ कि ਜਿਹੜਾ ਵਰਕ ਹੈ ਨਾ ਉਹ ਆਪਣਾ ਇੱਟਾਂ ਦਾ ਕੰਮ ਹੈ। ਠੀਕ ਹੈ, ਤਾਂ ਕੀ ਆਪਾਂ ਮੰਨਾਂਗੇ ਕਿ ਇੱਟ ਹੈ। ਤਾਂ ਦੇਖੋ ਕਿਵੇਂ ਪਤਾ ਲੱਗਦਾ ਹੁੰਦਾ ਹੈ ਆਪਣੇ ਕੋਲ। ਦੇਖੋ ਇਸ ਕਨਸੈਪਟ ਨੂੰ ਤੁਸੀਂ ਬੜੇ ਧਿਆਨ ਨਾਲ ਸਮਝਣਾ ਹੈ ਤਾਂ ਕਿਵੇਂ ਕਨਸੈਪਟ ਇਹ ਕੰਮ ਕਰੇਗਾ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਹੈ ਚੈੱਕ ਕਰਾਂਗੇ ਵੀ ਟੋਟਲ ਵਰਕ ਹੈ ਕਿੰਨਾ। ਜਿਹੜਾ ਕੰਮ ਕਰਨਾ ਹੈ ਨਾ कि जेकर 10 दिनों ਦੇ ਵਿੱਚ ਕਰਦਾ 20-15 ਦਿਨਾਂ ਦੇ ਵਿੱਚ ਕਰ ਸਕਦਾ ਤਾਂ ਦੋਨੋਂ ਉਹ ਕਿੰਨਾ ਕੰਮ ਹੈ ਉਹ ਕਿਵੇਂ ਪਤਾ ਲੱਗਦਾ ਹੈ। ਉਹ ਪਤਾ ਕਰਨ ਲਈ ਆਪਾਂ ਨੂੰ ਇਹ ਜਿਹੜਾ 10 और 15 ਹੈ ਨਾ ਇਹਨਾਂ ਦਾ ਐਲਸੀਐਮ ਪਤਾ ਕਰਨਾ ਪਏਗਾ। ਤਾਂ ਚਲੋ ਦੇਖਦੇ ਹਾਂ ਆਪਾਂ 10 और 15 ਦਾ ਆਪਾਂ ਐਲਸੀਐਮ ਪਤਾ ਕੀਤਾ ਤਾਂ 5 ਤੇ ਜਾਏਗਾ 2 5 10 3 5 15 ਤਾਂ 5 2 10 3 30। ਤਾਂ ਦੇਖੋ ਇਹ 30 ਜਿਹੜਾ ਹੈ ਨਾ ਇਹ 30 ਆਪਣੇ ਕੋਲ ਕੀ ਨਿਕਲ ਕੇ ਆਇਆ 30 ਆਪਣੇ ਕੋਲ टोटल वर्क निकल के आया। मतलब कि ये ਜਿਹੜੀਆਂ 30 ਇੱਟਾਂ ਇਹ 30 ਇੱਟਾਂ ਲਾਉਣ ਵਾਲੀਆਂ ਇਹ A 10 ਦਿਨਾਂ ਦੇ ਵਿੱਚ ਲਾ ਸਕਦਾ ਹੈ, B ਕੀ ਹੈ ਇਸ ਹੀ ਕੰਮ ਨੂੰ ਕੀ ਹੈ 15 ਦਿਨਾਂ ਦੇ ਵਿੱਚ ਲਾ ਸਕਦਾ ਹੈ। ਤਾਂ ਦੇਖੋ ਇੱਕ ਸਾਈਡ ਤੇ ਤਾਂ ਡੇਜ਼ ਹੁੰਦੇ ਆ, ਇੱਕ ਸਾਈਡ ਤੇ ਕੀ ਹੁੰਦੇ ਆ ਡੇਜ਼, ਦੂਸਰੀ ਸਾਈਡ ਤੇ ਆਪਾਂ ਇੱਥੇ ਪਤਾ ਕਰਦੇ ਹਾਂ ਇਹਨਾਂ ਦੀ ਕੈਪੈਸਿਟੀ। ਇਹਨਾਂ ਦੀ ਕੀ ਪਤਾ ਕਰਾਂਗੇ ਕੈਪੈਸਿਟੀ ਮਤਲਬ ਕਿ ਇਹਨਾਂ ਦੀ ਪਾਵਰ, ਇਹਨਾਂ ਦੀ क्षमता ਕਿੰਨੀ ਹੈ। ठीक है, और ਇੱਥੇ ਆ ਜਾਏਗਾ ਟੋਟਲ ਵਰਕ। ਤੁਸੀਂ ਇਹ ਕਨਸੈਪਟ ਨੂੰ ਹਮੇਸ਼ਾ ਐਵੇਂ ਹੀ ਯਾਦ ਕਰਨਾ ਹੈ। ਤਾਂ ਕਿਵੇਂ ਦੇਖੋ ਕਹਿੰਦਾ ਇਹ ਜਿਹੜਾ ਨਾ ਆ ਵਾਲੀਆਂ 30 ਇੱਟਾਂ 10 ਦਿਨਾਂ ਦੇ ਵਿੱਚ ਲਾ ਸਕਦਾ ਹੈ। ਤਾਂ ਜੇਕਰ ਉਹ 10 ਦਿਨਾਂ ਦੇ ਵਿੱਚ 30 ਇੱਟਾਂ ਲਾ ਸਕਦਾ ਤਾਂ ਇੱਕ ਦਿਨ ਦੀ ਉਹਦੀ ਕੈਪੈਸਿਟੀ ਕਿੰਨੀ ਹੋਗੀ। ਦੇਖੋ 10 30 ਦਾ ਇੱਕ ਦਿਨ ਦੇ ਵਿੱਚ ਉਹ 3 ਇੱਟਾਂ ਲਾਉਂਦਾ ਹੋਏਗਾ। B ਜਿਹੜਾ ਉਹ ਹੀ 30 ਇੱਟਾਂ 15 ਦਿਨਾਂ ਦੇ ਵਿੱਚ ਲਾ ਸਕਦਾ ਹੈ ਤਾਂ ਇੱਕ ਦਿਨ ਦੇ ਵਿੱਚ ਕਿੰਨੀਆਂ ਲਾਉਂਦਾ ਹੋਏਗਾ ਵੀ ਇੱਕ ਦਿਨ ਦੇ ਵਿੱਚ ਕਿੰਨੀਆਂ ਇੱਟਾਂ ਲਾਉਂਦਾ ਹੋਏਗਾ ਉਹ 2 ਇੱਟਾਂ ਲਾਉਂਦਾ ਹੋਏਗਾ ਵੀ ਇੱਕ ਦਿਨ ਦੇ ਵਿੱਚ 2 ਇੱਟਾਂ। ਤਾਂ ਦੇਖੋ ਦੋਨੋਂ ਜਿਹੜੇ ਜੇਕਰ ਮਿਲ ਕੇ ਕੰਮ ਕਰਦੇ ਆ ਨਾ A plus B ਦੋਨੋਂ ਮਿਲ ਕੇ ਕੰਮ ਕਰਦੇ ਆ ਤਾਂ 3 ਇੱਟਾਂ ਇਹਨੇ ਲਾ ਦਿੱਤੀਆਂ, B ਨੇ 2 ਲਾਈਆਂ ਔਰ ਦੋਨਾਂ ਨੇ ਕਿੰਨੀਆਂ ਲਾ ਦਿੱਤੀਆਂ ਵੀ 5 ਇੱਟਾਂ। ਤਾਂ ਇਹ 5 ਇੱਟਾਂ ਦੋਨਾਂ ਨੇ ਮਿਲ ਕੇ ਇੱਕ ਦਿਨ ਦੇ ਵਿੱਚ ਲਾ ਦਿੱਤੀਆਂ ਤਾਂ ਉਹਨਾਂ ਨੇ ਲਾਉਣੀਆਂ ਕਿੰਨੀਆਂ ਵੀ 30 ਲਾਉਣੀਆਂ ਨਾ। ਤਾਂ 30 ਨੂੰ 5 ਦੇ ਹਿਸਾਬ ਨਾਲ ਕਰਕੇ ਕਿੰਨੇ ਦਿਨਾਂ ਦੇ ਵਿੱਚ ਕਰ ਸਕਦੇ ਆ ਵੀ 6 ਦਿਨ। ਤਾਂ ਆਪਣਾ ਜਿਹੜਾ ਆਨਸਰ ਹੈ ਉਹ ਕਿੰਨਾ ਬਣ ਜਾਏਗਾ 6। ਤਾਂ ਇਹ ਇਸ ਕੁਐਸਚਨ ਦਾ ਬੇਸਿਕ ਹੈ, ਬੇਸ ਹੈ ਵੀ ਇਹ ਬੇਸ ਸਿੱਖਣਾ ਜ਼ਰੂਰੀ ਹੈ। ਵੈਸੇ ਤਾਂ ਦੇਖੋ ਇਹ ਕੁਐਸਚਨ ਜਿਹੜਾ ਨਾ ਕਈ ਤੁਹਾਡੇ ਚੋਂ ਸੋਚਦੇ ਹੋਣੇ ਜਿਨ੍ਹਾਂ ਨੇ ਪਹਿਲੇ ਕਨਸੈਪਟ ਇੱਕ ਟੌਪਿਕ ਕੀਤਾ ਕਿ ਇਹ ਸਿੰਪਲ ਹੈ। ਵੈਸੇ ਐਵੇਂ ਵੀ ਨਹੀਂ ਸ਼ਾਰਟ ਦੇ ਨਾਲ 10 गुणा 15 बटा दोनों का जोड़ 25 है, 5 ते कटिया 5 5 25 3 5 15 5 दूनी 10 और 3 दूनी 6। आंसर ਦਾ 6 ਐਵੇਂ ਵੀ ਆ ਜਾਏਗਾ। ਲੇਕਿਨ ਇਹਦੇ ਵਿੱਚ ਅੱਗੇ ਕਾਫੀ ਲੈਵਲ ਦੇ ਕੁਐਸਚਨ ਬਣਨਗੇ ਕਿਉਂਕਿ ਕੋ ਕਹੇਗਾ ਕਿ A ਨੇ ਕੰਮ ਸ਼ੁਰੂ ਕੀਤਾ 2 ਦਿਨਾਂ ਬਾਅਦ ਇਹਦੇ ਨਾਲ B ਆ ਗਿਆ ਜਾਂ 2 ਦਿਨ ਕੰਮ ਖਤਮ ਹੋਣ ਤੋਂ ਪਹਿਲੇ B ਛੱਡ ਕੇ ਚਲਾ ਗਿਆ
फिर सी आ गया। तो ये सारिया चीज़ें आप कवर करांगे अगे। तो तुसीं बस कंसैप्ट ही मन के चलना है कि टोटल वर्क कितना है ना। दूसरी गल जेकर आप कैपेसिटी नूं डेज दे नाल मल्टीप्लाई कर दिया करांगे तो टोटल वर्क बनता है। ए दी कैपेसिटी 3 है, 10 दिन 10 दे हिसाब नाल 30 टल आ गया। बी दी कैपेसिटी नूं कीता तां 30 बनया, दोनों मिल के 6 दिन कंप्लीट कर दिया तां 5 करती। ये सारिਆਂ ਦਾ आपस ਦੇ ਵਿੱਚ ਜਿਹੜਾ ਇਹ ਹੈ ਐਵੇਂ ਰਿਲੇਸ਼ਨ ਹੈ, ठीक है। तो चलो ਹੁਣ ਆਪਾਂ ਵਧਦੇ ਹਾਂ ਨੈਕਸਟ क्वेश्चन ਵੱਲ। क्वेश्चन नंबर तक की दिता है कि ए किसी काम ਨੂੰ ਨਾ ਸਾਰੇ ਧਿਆਨ ਰੱਖਿਆ ਜੀ। ਤਾਂ ए ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਸਕਦਾ ਹੈ, B ਉਸੇ ਕੰਮ ਨੂੰ 15 ਦਿਨਾਂ ਦੇ ਵਿੱਚ ਅਤੇ C ਉਸ ਕੰਮ ਨੂੰ 12 ਦਿਨਾਂ ਦੇ ਵਿੱਚ ਕਰ ਸਕਦਾ ਹੈ। A ਅਤੇ B ਨੇ ਕੰਮ ਸ਼ੁਰੂ ਕੀਤਾ ਅਤੇ 2 ਦਿਨਾਂ ਬਾਅਦ ਕੀ ਹੈ C ਉਹਨਾਂ ਦੇ ਨਾਲ ਆ ਕੇ ਮਿਲ ਗਿਆ। ਤਾਂ ਪੂਰਾ ਕੰਮ ਕਿੰਨੇ ਦਿਨਾਂ ਦੇ ਵਿੱਚ ਖਤਮ ਹੋਏਗਾ ਜਾਂ ਕੰਪਲੀਟ ਹੋਏਗਾ। ਤਾਂ ਦੇਖੋ ਕਿਵੇਂ ਕਰਦੇ ਆਪਾਂ ਇਸ ਕੁਐਸਚਨ ਨੂੰ। पहले कहना कि ए किसी काम नूं अच्छा ए जिहड़ा वो किसी भी काम नूं 10 दिनां दे विच कर सकदा है, B उस काम नूं जिहड़ा वो 12-15 दिनां दे विच, और जिहड़ा C है C इस काम नूं किन्ने 12 दिनां दे विच कर सकदा है ना। दोनों ने कहंदा मिल के A ਅਤੇ B ने काम शुरू कीता। ਤਾਂ सब तो पहले ਆਪਾਂ ਕੀ ਕਰਦੇ ਆ कि जिहड़ा टोटल वर्क है ना, टोटल वर्क है कितना, वर्क कितना किवें पता लगदा है इन्हां सारिਆਂ ਦਾ एलसीएम करके। तो 10 हो गया, 15 हो गया और 12 हो गया। इन्हां सारिਆਂ ਦਾ एलसीएम करांगे, 2 ਤੇ ਲੈ ਕੇ ਜਾਵਾਂਗੇ, 2 5 10 15 और 2 6 12, फिर 3 ਤੇ चला जाएगा भी। तो कितना हो जाएगा 5 और 3 5 15, 3 दूनी 6, फिर 5 ਤੇ चला जाएगा। तो देखो 3 दूनी 6 5 30 ਦਾ डबल ਕੀਤਾ 60। तो ये टोटल वर्क आया भी है ना, टोटल वर्क ये बनया अपने को टोटल वर्क। तो देखो टोटल वर्क की होंदा आपां इस काम नूं जिहड़ा एज एक मिस्त्री वाला काम मान के चलदे हां। तो वो वाला की है भी टोटल वर्क जिहड़ा 60 इट्टां है ना, कमरे दे विच 60 इट्टां लाउणीआं। तो ये जिहड़ा देखो इधर अपने डेज हुंदे आ, इस वाली साइड ते की हुंदे आ डेज, और एक साइड ते आपां कैपेसिटी रखदे आ भी कैपेसिटी, या फिर इहनूं आपां एफिशिएंसी कहंदे हुंदे आ, ठीक है। तो देखो ये जेकर काम नूं 10 दिनां दे विच करदा मतलब कि 60 इट्टां जिहड़ियां वो किन्ने दिनां दे विच 10 दिनां दे विच ला रहा। एक किसी काम नूं 60 इट्टां नूं 10 दिनां दे विच ला रहा। तो एक दिन दे विचों किन्नियां लांदा होएगा, एक दिन दे विचों 10 दे हिसाब 10 दिनां दे विच करदा जी 60 इट्टां दा, एक दिन दे विचों 6 इट्टां ला रहा होएगा भी, वो 6 ला रहा होएगा। बी ਉਹੀ 60 इट्टां 15 दिनां दे विच ला रहा। इत्थे दिन है भी, इत्थे दिन और इत्थे भी दिन। तो जिहड़ा B है 60 इट्टां 15 दिनां दे विच ला रहा। तो एक दिन दे विचों किन्नियां लांदा होएगा 15 चौके 60 4 इट्टां। फिर नैक्सट अपने को आ गया कि C जिहड़ा C ਉਹੀ 60 इट्टां 12 दिनां दे विच ला रहा। तो ये कितना बनया 12 5 60। तो इत्थे कितना बनया भी 5। हुण देखो नैक्सट देखो ने की बोलिया, कहंदा कि A ਅਤੇ B ने काम शुरू किया। तो 2 दिन बाद उन्होंने नाल C मिल गया। देखो पहले 2 दिन जिहड़ा काम होया ना वो A ਅਤੇ B ने किया। तो A ਤੇ B काम करके ना सकता एक दिन दे विच, एक दिन दे विच जिहड़े 6 और 4 10 इट्टां लाउंदे आ। उन्होंने 2 दिन काम किया होगा क्योंकि जिहड़ा C है वो 2 दिन बाद मिलिया। तो 2 दिन तो इन्होंने काम किया। तो इन्होंने कितनी इट्टां ला दित्तियां भी 10 गुणा 2 के हिसाब नाल जिहड़ा वो 20 इट्टां ला दित्तियां भी, ठीक है। 20 इट्टां लग चुकी हैं। तो बाकी जिहड़ियां इट्टां बच गईयां वो 40 बचियां भी। तो बाकी जिहड़ियां इट्टां बच रहीआं वो किन्नियां बच गईयां 40 बच गईयां, ठीक है। चलो की बोलिया ने कि दोनों ने काम शुरू किया। तो 40 इट्टां लग चुकियां भी, हुण सॉरी 20 लग रही हैं और बाकी कितनियां बचियां 40 इट्टां। और ये 40 कौन लाएगा, ये 40 हुण C इन्हां दे नाल आके मिल गया। हुण 3 जने आ गया, 3 जने हाँ A B और C, A B प्लस C। तो एक 10 और 5 15, एक दिन दे विच 15 इट्टां ला दिंदे आ। ए वाले की है 15 इट्टां ला दिंदे आ। तो 40 लाणियां 15 दूना 30, 2 दिन होर लग जाणगे। देखो किन्ने दिन लगणगे आपां चैक कर लैणे आ। तो 40 नूं 15 दे नाल डिवाइड कर दिया, चाहे तो 15 दा डबल करके चाहे 5 नाल कट लो भी। तो कितना बचा 5 8 40, 5 3 5 15। और इनू जिहड़ी इंप्रॉपर फ्रैक्शन नूं आपां मिक्स फ्रैक्शन दे विच चेंज कर लैणे आ। तो 3 दूनी 6, 2 बचियां। तो देखो किन्ने दिन होर लग गया भी। 2 दिन तो पहले A ते B ने लाए सीगे,
और उस तो बाद हुण 2 दिन 2 सही 2/3 दिन ये तीनों जने ला रहा तां टोटल डेज जिहड़े लग जाणगे टोटल जिहड़े है डेज आ वो किन्ने 2 दिन और प्लस 2 सही 2/3 तां किन्ना बनिया यही बनेगा ना तां 2 ते 2 4 4 सही 2/3 दिनां दे विच जिहड़ा सारा काम कंप्लीट हो जाएगा। चलो दोबारा फिर देखते हैं आपां देख जांगे की है कि किसी काम नूं 10 दिनां दे विच 20 15 दिनां दे विच सी 12 दिनां दे विच ਤਾਂ ਆਪਾਂ ਟੋਟਲ ਵਰਕ ਕੱਢਿਆ ਇਹਨਾਂ ਦੀ ਐਫੀਸ਼ੀਐਂਸੀ ਕੱਢੀ 2 ਦਿਨ ਦੋਨਾਂ ਨੂੰ ਮਿਲਾਇਆ A ਤੇ B ਨੂੰ ਤਾਂ ਉਹਨਾਂ ਨੇ ਆਪਦੇ ਹਿਸਾਬ ਨਾਲ ਕਿੰਨੀਆਂ ਆਈਟਾਂ ਲਾ ਦਿੱਤੀਆਂ 20 ਬਾਕੀ 40 ਬਚੀਆਂ ਔਰ 40 ਲਾਣਗੇ ਕੌਣ ਤਿੰਨੋਂ ਆ ਕੇ ਮਿਲ ਕੇ ਨਾ 6 4 10 ਔਰ 5 15 15 15 ਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਵਰਕ ਹੈ ਉਹ 2 ਸੀ 2/3 ਦਿਨਾਂ ਦੇ ਵਿੱਚ ਕੰਪਲੀਟ ਹੋਊਗਾ ਤਾਂ ਟੋਟਲ ਜਿਹੜਾ ਵਰਕ ਸਾਰਾ ਜਿਹੜਾ ਉਹ 4 ਸੀ 2/3 ਦਿਨਾਂ ਦੇ ਵਿੱਚ ਹੋ ਜਾਏਗਾ। ਠੀਕ ਹੈ ਚਲੋ ਨੈਕਸਟ ਅੱਗੇ ਕਰਾਂਗੇ ਫਿਰ ਕੁਐਸਚਨ। ਤਾਂ ਚਲੋ ਦੇਖੋ ਨੈਕਸਟ ਕੁਐਸਚਨ ਦੇ ਵਿੱਚ ਕੀ ਲਿਖਿਆ ਹੈ ਕਿ ਇਹ ਕਿਸੇ ਕੰਮ ਨੂੰ 20 ਦਿਨਾਂ ਵਿੱਚ ਕਰ ਸਕਦਾ ਹੈ, B ਉਸੇ ਕੰਮ ਨੂੰ 25 ਦਿਨਾਂ ਦੇ ਵਿੱਚ ਕਰ ਸਕਦਾ ਹੈ। ਦੋਨਾਂ ਨੇ ਸ਼ੁਰੂਆਤ ਕੀਤੀ ਇਕੱਠੇ ਕੰਮ ਨੂੰ ਲੱਗੇ ਸੀਗੇ ਔਰ ਫਿਰ ਕੀ ਹੋਇਆ ਕਿ 5 ਦਿਨਾਂ ਬਾਅਦ B ਛੱਡ ਕੇ ਚਲਾ ਗਿਆ ਤਾਂ ਬਾਕੀ ਬਚਿਆ A ਛੱਡ ਕੇ ਚਲਾ ਗਿਆ A ਛੱਡ ਕੇ ਚਲਾ ਗਿਆ ਤਾਂ ਬਾਕੀ ਬਚੇ ਕੰਮ ਨੂੰ B ਕਿੰਨੇ ਦਿਨਾਂ ਦੇ ਵਿੱਚ ਕਰੇਗਾ। ਤਾਂ ਦੇਖੋ ਉਹੀ ਕਨਸੈਪਟ ਯੂਜ਼ ਕਰਨਾ ਆਪਾਂ ਕਿ ਇਹ ਕੰਮ ਨੂੰ 20 ਦਿਨਾਂ ਦੇ ਵਿੱਚ ਕਰ ਸਕਦਾ ਹੈ, B ਕਿੰਨੇ ਦਿਨਾਂ ਦੇ ਵਿੱਚ ਕਰ ਸਕਦਾ ਹੈ B ਜਿਹੜਾ B 25 ਦਿਨਾਂ ਦੇ ਵਿੱਚ। ਤਾਂ ਟੋਟਲ ਵਰਕ ਤਾਂ ਪਹਿਲੇ ਵਰਕ ਦੇਖੋ ਕਿੰਨਾ ਹੈ 20 और 25 ਦਾ ਲਗੋਤਮ ਕੱਢਿਆ LCM ਯਾਨੀ ਕਿ ਲੀਸਟ ਕਾਮਨ ਮਲਟੀਪਲ ਉਹ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਇਹਨਾਂ ਦੋਨਾਂ ਨਾਲ ਡਿਵਾਈਡ ਹੋ ਜੇ ਤਾਂ 100 ਹੋਏਗੀ। ਠੀਕ ਹੈ 100 20 और 25 ਦਾ LCM ਕਰੋਗੇ ਤਾਂ 5 ਤੇ 5 ਚੌਕਾ 20 और 5 5 25 5 ਚੌਕਾ 20 50 100 ਤਾਂ ਟੋਟਲ ਇੱਟਾਂ 100 ਲਾਣੀਆਂ। ਤਾਂ ਜੇਕਰ ਇਹ 20 ਦਿਨਾਂ ਦੇ ਵਿੱਚ ਲਾ ਸਕਦਾ ਤਾਂ ਇੱਕ ਦਿਨ ਦੇ ਵਿੱਚ 20 505 ਲਾਉਂਦਾ ਹੋਏਗਾ ਔਰ ਇਹ 25 ਦਾ ਇੱਕ ਦਿਨ ਦੇ ਵਿੱਚ 4 ਲਾਉਂਦਾ ਹੋਏਗਾ। ਤਾਂ ਦੋਨਾਂ ਨੇ ਕੰਮ ਸ਼ੁਰੂ ਕੀਤਾ ਕਿੰਨੇ ਦਿਨਾਂ ਬਾਅਦ ਛੱਡਿਆ ਵੀ 5 ਦਿਨਾਂ ਬਾਅਦ ਨਾ 5 ਦਿਨ ਬਾਅਦ A ਨੇ ਕੰਮ ਨੂੰ ਛੱਡ ਦਿੱਤਾ ਤਾਂ 5 ਦਿਨ ਤਾਂ ਇਕੱਠੇ ਕੰਮ ਕਰਦੇ ਰਹਿਣਗੇ। ਜੇ 5 ਦਿਨ ਕੰਮ ਕਰਦੇ ਰਿਹਾ ਤਾਂ ਇਹ ਦੋਨੋਂ ਜਿਹੜੇ ਇੱਕ ਦਿਨ ਦੇ ਵਿੱਚ 5 ਔਰ 4 9 ਇੱਟਾਂ ਲਾ ਸਕਦੇ ਆ ਵੀ ਹਨਾ। ਦੋਨੋਂ ਜਿਹੜੇ ਇੱਕ ਦਿਨ ਦੇ ਵਿੱਚ ਜੇ 9 ਲਾ ਸਕਦੇ ਆ ਤਾਂ ਇਹਨਾਂ ਨੇ ਕਿੰਨੇ ਦਿਨ ਕੰਮ ਦੇ ਵਿੱਚ 5 ਦਿਨ ਇਕੱਠੇ ਲੱਗੇ ਰਹਿਣਗੇ ਤਾਂ 9 5 45 ਤਾਂ ਇਹ 45 ਇੱਟਾਂ ਕੀ ਲੱਗ ਚੁੱਕੀਆਂ ਵੀ 45 ਇੱਟਾਂ ਲੱਗ ਚੁੱਕੀਆਂ ਬਾਕੀ ਬਚ ਗਈਆਂ 55 ਇੱਟਾਂ। अरे 55 ਇੱਟਾਂ ਹੁਣ ਚਲਿਆ ਗਿਆ ਇਹ ਜੇ ਚਲੇ ਹੀ ਗਿਆ ਤਾਂ ਫਿਰ ਲਾਏਗਾ ਕੌਣ ਬਾਕੀ ਕੌਣ ਲਾ ਦੇਗਾ 55 ਇੱਟਾਂ ਲਾਏਗਾ B ਇੱਕ ਦਿਨ ਦੇ ਵਿੱਚ ਕਿੰਨੀਆਂ ਲਾ ਸਕਦਾ ਹੈ 4 ਲਾ ਸਕਦਾ ਹੈ। ਤਾਂ ਚਲੋ ਦੇਖ ਲੈਣੇ ਆਪਾਂ 4 13 ਚੌਕੇ 52 ਵੀ 13 ਚੌਕੇ 52 ਬਾਕੀ 3 ਬਚੇ ਤਾਂ ਇੰਨੇ ਦਿਨ ਲੱਗ ਜਾਣਗੇ ਵੀ 13 ਦਿਨ 13 ਸਹੀ 3/4 ਦਿਨ। ਜੇਕਰ ਇਹ ਕੌਣ ਕਰੇਗਾ ਕੰਮ B ਕਿੰਨੇ ਦਿਨਾਂ ਦੇ ਵਿੱਚ ਕਰੇਗਾ। ਜੇਕਰ ਉਹ ਪੁੱਛ ਲੈਂਦਾ ਕਿ ਟੋਟਲ ਜਿਹੜਾ ਕੰਮ ਹੈ ਉਹ ਸਾਰਾ ਜਿਹੜਾ ਸਾਰੇ ਦਾ ਸਾਰਾ ਕੰਮ ਕਿੰਨੇ ਦਿਨਾਂ ਦੇ ਵਿੱਚ ਹੋਇਆ ਤਾਂ ਫਿਰ ਆਪਣਾ ਆਨਸਰ ਕੀ ਆਣਾ ਸੀਗਾ 13 ਦਿਨ ਤਾਂ ਲਾਸਟ ਦੇ ਵਿੱਚ B ਨੇ ਲਾਏ 5 ਦਿਨ ਦੋਨਾਂ ਨੇ ਇਕੱਠੇ ਲਾਏ ਸੀਗੇ 5 + 13 ਸਹੀ 3/4 ਤਾਂ 13 और 5 18 ਸਹੀ 3/4 ਹਨਾ। ਇਹ 18 ਸੀ 3/4 ਉਦੋਂ ਆਉਣਾ ਸੀਗਾ ਜੇਕਰ ਉਹ ਪੁੱਛਦਾ ਕਿ ਪੂਰਾ ਕੰਮ ਕਿੰਨੇ ਦਿਨਾਂ ਦੇ ਵਿੱਚ ਤਾਂ ਆਪਾਂ ਨੂੰ ਪੂਰਾ ਤਾਂ ਚਾਹੀਦਾ ਹੀ ਨਹੀਂ। ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਤਾਂ ਇਹ ਨਹੀਂ ਚਾਹੀਦਾ ਕਿ ਬਾਕੀ ਬਚਿਆ ਕੰਮ ਬਾਕੀ 55 ਇੱਟਾਂ ਉਹ ਇਹ ਕਿੰਨੇ ਦਿਨਾਂ ਦੇ ਵਿੱਚ B ਕਿੰਨੇ ਦਿਨਾਂ ਚ ਲਾਏਗਾ ਤਾਂ ਉਹ 13 ਸਹੀ 3/4 ਦਿਨਾਂ ਦੇ ਵਿੱਚ ਕੰਪਲੀਟ ਕਰ ਦੇਗਾ। ਇਹ ਆਨਸਰ ਹੈ ਵੀ ਇਸ ਕੁਐਸਚਨ ਦਾ। ठीक है ਤਾਂ ਧਿਆਨ ਨਾਲ ਸਮਝਣਾ ਵੀ ਰਾਮ ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਸਕਦਾ ਹੈ ਪਰੰਤੂ ਸ਼ਾਮ ਦੀ ਮਦਦ ਦੇ ਨਾਲ ਮਤਲਬ ਕੀ ਹੋ ਗਿਆ ਕਿ ਇੱਥੇ ਦੋ ਦਿਨਾਂ ਦੀ ਗੱਲ ਹੋ ਰਹੀ ਹੈ ਕਨਸੈਪਟ ਬਿਲਕੁਲ ਸੇਮ ਰਹਿਣਾ। ठीक है देखो अपने को है कौन एक तो राम है राम को आर मान लो दूसरा कौन होएगा शाम हो जाएगा एस मान लो और फिर क्या है राम प्लस शाम। ठीक है एवं ही अपना बन जाता भी। ठीक है ये सारा जो कंसैप्ट तो ही रखना तुसी जरूरी नहीं है भी एक राम आ गया ना तुसी राम प्लस शाम लिख लिया एवं नहीं करना होएगा। क्वेश्चन ਨੂੰ बड़ी तरह घुमा फिरा के लिखेगा ਤੁਹਾਨੂੰ ਦੱਸਿਆ ਸੀਗਾ ਕੱਲ ਵਾਲੀ ਵੀਡੀਓ ਦੇ ਵਿੱਚ। ठीक है तो की दसिया सीगा कि कॉन्सेप्ट आप ही रखांगे A हो गया B हो गया। ठीक है जिवें मर्जी बोलेगा A ਇੱਥੇ ही रहेगा B ਇੱਥੇ रहेगा A प्लस B रहेगा। जेकर नाल कोई C आ गया A B और C तो फिर A ने ਇੱਥੇ ही रहना है पर ਇੱਥੇ A B और C रहणगे और नीचे A प्लस B प्लस C ਐਵੇਂ। ठीक है कॉन्सेप्ट आप यही रखना है। लेकिन बोलिया कि नहीं कि राम आर मानिया एस नु शाम मान लिया शाम नु एस मान लिया और ये दोनों
ਤਾਂ ਕਹਿੰਦਾ ਰਾਮ ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਸਕਦਾ ਹੈ ਵੀ, ਤਾਂ ਰਾਮ ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰ ਸਕਦਾ ਹੈ, ਪਰੰਤੂ ਸ਼ਾਮ ਦੀ ਮਦਦ ਨਾਲ ਉਸ ਕੰਮ ਨੂੰ 6 ਦਿਨਾਂ ਵਿੱਚ। ਮਦਦ ਨਾਲ ਦਾ ਮਤਲਬ ਕੀ ਹੋ ਗਿਆ ਕਿ ਦੋਨੋਂ ਮਿਲ ਕੇ ਕਿੰਨੇ ਦਿਨਾਂ 'ਚ ਕੰਮ ਕਰਦੇ ਆ, 6 ਦਿਨਾਂ ਦੇ ਵਿੱਚ ਕਰਦੇ ਆ। ਤਾਂ ਦੇਖੋ 6 ਇੱਥੇ ਹੈਗਾ ਰਾਮ ਪਲੱਸ ਸ਼ਾਮ, ਆਪਾਂ ਕੀ ਆ, ਆਪਾਂ ਸ਼ਾਮ ਪਤਾ ਕਰਨਾ ਹੈ, ਤਾਂ ਸ਼ਾਮ ਦਾ ਕੰਮ ਪਤਾ ਕਰਨਾ ਕਿੰਨੇ ਦਿਨਾਂ ਦੇ ਵਿੱਚ। ਤਾਂ ਉਹ ਕੰਮ ਪਤਾ ਕਰਨ ਲਈ ਆਪਾਂ ਨੂੰ ਕਰਨਾ ਕੀ ਪਏਗਾ, ਦੇਖੋ ਸਭ ਤੋਂ ਪਹਿਲੇ ਤਾਂ ਇਹ ਪਤਾ ਹੋਣਾ ਚਾਹੀਦਾ ਨਾ ਵੀ ਟੋਟਲ ਵਰਕ ਹੈ ਕਿੰਨਾ, ਟੋਟਲ ਵਰਕ ਕਿੰਨਾ ਵੀ ਇਹ ਚੀਜ਼ ਆਪਾਂ ਨੂੰ ਪਤਾ ਕਰਨੀ ਪਏਗੀ। ਤਾਂ ਟੋਟਲ ਵਰਕ ਪਤਾ ਕਰਨ ਦੇ ਲਈ ਆਪਾਂ ਕੀ ਕਰਦੇ ਹੁੰਦੇ ਹਾਂ, ਡਾਟਾ ਦੇਖੋ ਦੋ ਤਰ੍ਹਾਂ ਦਾ, ਠੀਕ ਹੈ। ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਕਿ ਜ਼ਰੂਰੀ ਨਹੀਂ ਹੈ ਵੀ ਤੁਹਾਨੂੰ ਇਹ ਵਾਲਾ ਔਰ ਇਹ ਵਾਲਾ ਜਾਂ ਇਹ ਵਾਲਾ ਇੱਥੇ ਕੋਈ ਡਾਟਾ ਦਿੱਤਾ ਹੋਏਗਾ, ਇਹ ਜ਼ਰੂਰੀ ਨਹੀਂ ਹੁੰਦਾ। ਕਈ ਵਾਰੀ ਕੀ ਹੋਏਗਾ ਕਿ ਉਹ ਇੱਥੇ ਵੀ ਨਹੀਂ ਦੇਗਾ, ਠੀਕ ਹੈ, ਇੱਥੇ ਵੀ ਕਈ ਵਾਰੀ ਨਹੀਂ ਬੋਲਿਆ ਹੋਏਗਾ ਉਹਨੇ ਕਿ 6 ਦਿਨ ਹੈ। ਨੈਕਸਟ ਆਪਾਂ ਕੁਐਸਚਨ ਕਰਾਂਗੇ। ਤਾਂ ਇਸ ਚੀਜ਼ ਨੂੰ ਜਦੋਂ ਇਹ ਵਾਲਾ ਦੋ ਡਾਟੇ ਦਿੱਤੇ ਹੋਣ, ਦੋ ਤਰ੍ਹਾਂ ਦਾ ਡਾਟਾ ਦਿੱਤਾ ਤਾਂ ਆਪਾਂ ਦੋਨਾਂ ਦਾ ਐਲਸੀਐਮ ਕਰਕੇ ਕੀ ਪਤਾ ਕਰਦੇ ਆ, ਟੋਟਲ ਵਰਕ ਪਤਾ ਕਰਦੇ ਆ ਨਾ। 6 ਔਰ 10 ਦਾ ਐਲਸੀਐਮ ਕਰੋ, 2 3 ਔਰ 5, ਤਾਂ 3 5 15, 15 ਦਾ 2 30, ਤਾਂ ਟੋਟਲ ਆਪਣਾ ਵਰਕ ਕਿੰਨਾ 30 ਇੱਟਾਂ ਵੀ। ਤਾਂ ਆਰਾਮ ਜਿਹੜਾ 30 ਇੱਟਾਂ ਨੂੰ 10 ਦਿਨਾਂ ਦੇ ਵਿੱਚ ਲਾ ਰਿਹਾ, ਮਤਲਬ ਇੱਕ ਦਿਨ ਦੇ ਵਿੱਚ ਕਿੰਨੀਆਂ ਲਾਉਂਦਾ ਹੋਏਗਾ, 3 ਇੱਟਾਂ ਲਾਉਂਦਾ ਹੋਏਗਾ। ਔਰ ਦੋਨੋਂ ਜਿਹੜੇ ਮਿਲ ਕੇ ਇਹ ਹੀ 30 ਇੱਟਾਂ ਜੇਕਰ ਉਹ 6 ਦਿਨਾਂ ਦੇ ਵਿੱਚ ਲਾ ਰਿਹਾ ਹਨਾ, 6 ਦਿਨਾਂ ਦੇ ਵਿੱਚ, ਤਾਂ ਇੱਕ ਦਿਨ ਦੇ ਵਿੱਚ ਕਿੰਨੀਆਂ ਲਾਉਂਦੇ ਹੋਣਗੇ, ਤਾਂ ਇਹੀ 30 ਇੱਟਾਂ 6 ਦੇ ਹਿਸਾਬ ਨਾਲ ਇੱਕ ਦਿਨ ਦੇ ਵਿੱਚ 5 ਲਾਉਂਦੇ ਹੋਣਗੇ ਵੀ, ਠੀਕ ਹੈ। ਤਾਂ ਤੁਹਾਨੂੰ ਪਹਿਲੇ ਦੇਖੋ ਬੇਸਿਕ ਜਿਹੜਾ ਫਸਟ ਡੇ ਸੀਗਾ, ਫਸਟ ਡੇ ਦੇ ਵਿੱਚ ਸਾਰਿਆਂ ਨੂੰ ਇਹੀ ਦੱਸਿਆ ਗਿਆ ਹੈ ਕਿ ਇਹਨਾਂ ਦੀ ਮਲਟੀਪਲਾਈ ਇਹਦੇ ਬਰਾਬਰ ਹੈ, ਠੀਕ ਹੈ, ਇਹਨਾਂ ਦੋਨਾਂ ਦੀ ਮਲਟੀਪਲਾਈ ਇਹਦੇ ਬਰਾਬਰ ਹੁੰਦੀ ਹੈ। ਦੇਖੋ ਦੋਨੋਂ ਮਿਲ ਕੇ ਇੱਕ ਦਿਨ ਦੇ ਵਿੱਚ 5 ਇੱਟਾਂ ਲਾ ਰਿਹਾ ਹੈ, ਲੇਕਿਨ ਇਕੱਲਾ ਰਾਮ ਜਿਹੜਾ 3 ਲਾ ਰਿਹਾ, ਤਾਂ ਫਿਰ ਸ਼ਾਮ ਕਿੰਨੀਆਂ ਲਾਉਂਦਾ ਹੋਏਗਾ, ਸ਼ਾਮ 2 ਲਾਉਂਦਾ ਹੋਏਗਾ ਵੀ, ਤਾਂ ਹੀ ਤਾਂ 3 ਔਰ 2 5 ਬਣਿਆ, ਆ ਟੋਟਲ 5 ਬਣੇਗਾ, ਠੀਕ ਹੈ। ਹੁਣ ਦੇਖੋ 3 ਨੂੰ 10 ਨਾਲ ਗੁਣਾ ਕੀਤਾ 30, 5 ਨੂੰ 6 ਨਾਲ ਕੀਤਾ 30, ਤਾਂ 2 ਨੂੰ ਕਿੰਨੇ ਨਾਲ ਮਲਟੀਪਲਾਈ ਕੀਤਾ ਜੇ ਕਿ 30 ਬਣ ਜੇ, ਤਾਂ ਆਪਣਾ ਜਿਹੜਾ ਆਨਸਰ ਨਿਕਲ ਕੇ ਆਏਗਾ ਉਹ ਆਨਸਰ ਆਏਗਾ ਵੀ 15। ਤਾਂ ਰਾਮ ਕੀ ਹੈ 10 ਦਿਨਾਂ ਵਿੱਚ ਕਰ ਸਕਦਾ, ਔਰ ਸ਼ਾਮ ਜਿਹੜਾ ਕਿੰਨੇ ਦਿਨਾਂ ਵਿੱਚ ਕਰੇਗਾ ਵੀ 15 ਦਿਨਾਂ ਦੇ ਵਿੱਚ। ਤਾਂ ਜਿਹੜਾ ਸ਼ਾਮ ਦਾ ਆਨਸਰ ਕਿੰਨਾ ਬਣਿਆ 15 ਦਿਨ, ਠੀਕ ਹੈ। ਤਾਂ ਕਨਸੈਪਟ ਤੁਸੀਂ ਸੇਮ ਰੱਖਣਾ, ਲੈਂਗੁਏਜ ਜਿਹੜੀ ਮਰਜ਼ੀ ਯੂਜ਼ ਕਰਦਾ ਹੈ ਸੇਮ ਹੀ ਕਨਸੈਪਟ ਆਪਾਂ ਯੂਜ਼ ਕਰਾਂਗੇ। ਤਾਂ ਚਲੋ ਨੈਕਸਟ ਦੇਖਦੇ ਹਾਂ ਆਪਾਂ। ਤਾਂ ਚਲੋ ਦੇਖੋ ਵੀ ਆਪਣਾ ਨੈਕਸਟ ਕੁਐਸਚਨ ਜਿਹੜਾ ਹੈ ਉਹ ਵਾਲਾ ਕੀ ਹੈ, ਉਹਦੇ ਵਿੱਚ ਬਿਲਕੁਲ ਸੇਮ ਕਾਪੀ ਹੈ ਵੀ ਜਿਹੜਾ ਪਿੱਛੇ ਵਾਲਾ ਤੁਸੀਂ ਕੁਐਸਚਨ ਕਰਕੇ ਗਏ ਜੇ। ਤਾਂ ਉਹਦੇ ਵਿੱਚ ਉਹੀ ਹੈ ਕਿ B ਕਿਸੇ ਕੰਮ ਨੂੰ 60 ਦਿਨਾਂ ਦੇ ਵਿੱਚ ਕਰ ਸਕਦਾ ਹੈ, A ਦੀ ਮਦਦ ਦੇ ਨਾਲ 12 ਦਿਨਾਂ ਵਿੱਚ ਕਰ ਸਕਦਾ ਹੈ, ਤਾਂ ਇਕੱਲਾ A ਕਿੰਨੇ ਦਿਨਾਂ 'ਚ ਕਰੇਗਾ। ਤਾਂ ਉਹੀ ਦਿੱਤਾ ਹੈ ਸਾਰਾ ਕੁਝ ਵੀ, ਆਪਣੇ ਕੋਲ ਡਾਟਾ A ਹੈ ਔਰ ਦੂਸਰਾ ਕੀ ਹੈ B ਹੈ, ਔਰ ਦੋਨੋਂ A ਔਰ B ਮਿਲ ਕੇ ਹੈ ਵੀ। ਤਾਂ ਦੇਖੋ A ਅਤੇ B ਕਿਸੇ ਕੰਮ ਨੂੰ 60 ਦਿਨਾਂ ਦੇ ਵਿੱਚ ਕਰਦਾ ਹੈ, A ਤੇ B ਦੋਨੋਂ ਜਿਹੜੇ ਆ ਉਹ 12 ਦਿਨਾਂ ਦੇ ਵਿੱਚ ਕਰਦੇ ਆ। ਤਾਂ ਇਹ ਬਾਰੇ ਪੁੱਛਿਆ, ਤਾਂ ਉਹੀ ਵੀ ਇਹਨਾਂ ਦੋਨਾਂ ਦਾ ਐਲਸੀਐਮ, ਤਾਂ ਐਲਸੀਐਮ ਕਰੋਗੇ ਕਿੰਨਾ ਕਰੋਗੇ, ਐਲਸੀਐਮ 12 ਔਰ 60 ਦਾ ਆਪਾਂ ਐਲਸੀਐਮ ਕਰਨਾ ਹੈ। ਤਾਂ 2 ਤੇ ਜਾਏਗਾ, 2 6 12 30, ਫਿਰ 2 ਤੇ ਜਾਏਗਾ 3 ਆ जाएगा और ਇੱਥੇ 15 ਆ जाएगा ਵੀ, ਫਿਰ 3 ਤੇ ਚਲਾ ਜਾਏਗਾ, ਤਾਂ 1 ਔਰ 5, ਤਾਂ 3 5 15 ਦੁਨਾ 30 ਔਰ 60। ਤਾਂ ਟੋਟਲ ਵਰਕ ਜਿਹੜਾ 60 ਹੈ, ਤੇ B ਜਿਹੜਾ 60 ਇੱਟਾਂ 60 ਦਿਨਾਂ ਦੇ ਵਿੱਚ ਲਾ ਰਿਹਾ, ਤਾਂ ਇੱਕ ਦਿਨ ਚ 1 ਲਾਉਂਦਾ ਹੋਏਗਾ। ਇਹ ਵਾਲਾ ਦੇਖੋ 12 ਦਿਨਾਂ ਦੇ ਵਿੱਚ 60 ਇੱਟਾਂ ਲਾ ਰਿਹਾ ਹੈ, ਤਾਂ ਦੋਨੋਂ ਜਿਹੜੇ ਮਿਲ ਕੇ ਫਿਰ 12 5 60 5 ਲਾਉਂਦੇ ਹੋਣਗੇ। ਤਾਂ ਇਹ ਕਿੰਨੀਆਂ ਲਾਉਂਦਾ ਹੋਏਗਾ, ਇਹ ਦੋਨੋਂ ਜਿਹੜੇ ਮਿਲ ਕੇ ਜੇਕਰ 5 ਲਾ ਰਿਹਾ ਤਾਂ ਇਹ 1 ਲਾ ਰਿਹਾ, B ਵਾਲਾ ਫਿਰ 4 ਲਾਉਂਦਾ ਹੋਏਗਾ। ਤਾਂ ਦੇਖੋ 4 ਨੂੰ ਕਿੰਨੇ ਨਾਲ ਗੁਣਾ ਕੀਤਾ ਜਾਏ ਕਿ 60 ਬਣ ਜੇ, ਤਾਂ ਆਪਣਾ ਆਨਸਰ ਬਣ ਜਾਏਗਾ 15 ਦਿਨ। ਤਾਂ ਇਹ ਸੇਮ ਕੁਐਸਚਨ ਸੀਗਾ ਵੀ ਇਹ ਜਿਹੜਾ ਕਿੰਨੇ ਦਿਨਾਂ ਚ ਕੰਮ ਨੂੰ ਕੰਪਲੀਟ ਕਰ ਲੇਗਾ, ਤਾਂ ਇਹ ਕੰਮ ਨੂੰ 15 ਦਿਨਾਂ ਦੇ ਵਿੱਚ ਕੰਪਲੀਟ ਕਰ ਲੇਗਾ, ਠੀਕ ਹੈ। ਚਲੋ ਦੇਖੋ ਨੈਕਸਟ ਕੀ ਆਇਆ, ਥੋੜਾ ਜਿਹਾ ਚੇਂਜ ਲਾਇਆ ਵੀ ਕੁਐਸਚਨ ਦੇ ਵਿੱਚ। A ਅਤੇ B ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ, B ਅਤੇ C 15 ਦਿਨਾਂ ਵਿੱਚ, C ਅਤੇ 12 ਦਿਨਾਂ ਵਿੱਚ, ਤਾਂ ਤਿੰਨੋਂ ਮਿਲ ਕੇ ਕਿੰਨੇ ਦਿਨਾਂ ਦੇ ਵਿੱਚ ਕਰਨਗੇ। ਫਿਰ ਉਹਨੇ ਕੀ ਬੋਲਿਆ ਕਿ ਇਕੱਲਾ A ਜਿਹੜਾ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਕਰੇਗਾ। 2 ਕੁਐਸਚਨ ਪੁੱਛ ਰਿਹਾ, ਤਾਂ ਪਹਿਲੇ ਆਪਾਂ ਦੇਖਦੇ ਹਾਂ ਵੀ ਤਿੰਨੋਂ ਜਣੇ ਕਿੰਨੇ ਦਿਨਾਂ ਕਰਨ। ਕੀ ਤਰੀਕਾ ਰਹੇਗਾ, ਇੱਥੇ ਤੁਸੀਂ A + B ਲਿਖਣਾ ਹੋਏਗਾ, ਫਿਰ B + C ਲਿਖਣਾ ਹੋਏਗਾ, C + A, ਕਿਉਂਕਿ A ਅਤੇ B ਮਿਲ ਕੇ ਕੰਮ ਕਰ ਰਿਹਾ ਕਿਸੇ ਨੂੰ 10 ਦਿਨਾਂ ਦੇ ਵਿੱਚ। B ਔਰ C ਜਿਹੜੇ ਆ ਉਹ ਕਿੰਨੇ ਦਿਨਾਂ ਦੇ ਵਿੱਚ ਵੀ 12 ਦਿਨਾਂ ਦੇ ਵਿੱਚ, 15 ਦਿਨਾਂ ਦੇ ਵਿੱਚ ਨਾ। B ਔਰ C 15 ਦਿਨਾਂ ਦੇ ਵਿੱਚ, ਔਰ C ਔਰ A ਜਿਹੜਾ ਉਹ ਵਾਲੇ 12 ਦਿਨਾਂ ਦੇ ਵਿੱਚ। ਤਾਂ ਪਹਿਲਾ ਕੰਮ ਤਾਂ ਇਹੀ ਕਰਨਾ ਪਏਗਾ ਵੀ ਟੋਟਲ ਵਰਕ ਹੈ ਕਿੰਨਾ।
ਤਾਂ ਚਲੋ ਇਹਨਾਂ ਦਾ ਜਦੋਂ ਐਲਸੀਐਮ ਤੁਸੀਂ ਕਰੋਗੇ ਤਾਂ ਉਹ 60 ਬਣ ਜਾਏਗਾ ਵੀ 60 ਆਏਗਾ ਐਲਸੀਐਮ। ਚਲ ਦੇਖਦੇ ਹਾਂ। ਤਾਂ ਜੇਕਰ ਇਹ ਤੇ ਵੀ ਮਿਲ ਕੇ ਦੋਨੋਂ ਜਣੇ 10 ਦਿਨਾਂ ਦੇ ਵਿੱਚ 60 ਇੱਟਾਂ ਲਾ ਰਿਹਾ ਹੈ ਤਾਂ ਇੱਕ ਦਿਨ ਦੇ ਵਿੱਚ ਫਿਰ 6 ਇੱਟਾਂ ਲਾਉਂਦੇ ਹੋਣਗੇ। ਇਹ ਵਾਲੇ B ਤੇ C ਦੋਨੋਂ ਜਣੇ 60 ਇੱਟਾਂ ਜਿਹੜੀਆਂ 15 ਦਿਨਾਂ ਦੇ ਵਿੱਚ ਲਾ ਰਿਹਾ ਤਾਂ ਇੱਕ ਦਿਨ ਦੇ ਵਿੱਚ 4 ਲਾਉਂਦੇ ਹੋਣਗੇ B। ਔਰ C ਔਰ A ਜੇਕਰ ਇੱਕ ਦਿਨ ਦੇ ਵਿੱਚ ਜੇਕਰ 60 ਇੱਟਾਂ 12 ਦਿਨਾਂ ਦੇ ਵਿੱਚ ਲਾ ਰਿਹਾ ਹੈ ਤਾਂ ਇੱਕ ਦਿਨ ਦੇ ਵਿੱਚ ਫਿਰ 5 ਇੱਟਾਂ ਲਾਉਂਦੇ ਹੋਣਗੇ। ਹੁਣ ਦੇਖੋ ਇਹਨਾਂ ਨੂੰ ਜੇਕਰ ਜੋੜ ਦਿੱਤਾ ਜਾਏ 6 4 10 ਔਰ 5 15 ਇੱਟਾਂ ਲੱਗ ਚੁੱਕੀਆਂ ਵੀ, ਲੇਕਿਨ ਇੱਥੇ ਵਰਕ ਕਿੰਨੇ ਆਦਮੀ ਕਰ ਰਿਹਾ, ਵਰਕ ਕਿੰਨੇ ਜਣੇ ਕਰ ਰਿਹਾ। ਮੇਨ ਪੁਆਇੰਟ ਇਹੀ ਹੈ, ਟਰਨਿੰਗ ਪੁਆਇੰਟ ਇਹੀ ਹੈ ਥੋੜਾ ਕਿ ਇੱਥੇ ਦੇਖੋ A ਆ, ਇੱਥੇ ਵੀ ਆ ਰਿਹਾ, A C ਦੇ ਨਾਲ ਵੀ ਲੱਗਿਆ ਹੋਇਆ, B A ਨਾਲ ਔਰ ਫਿਰ C ਦੇ ਨਾਲ B ਵੀ ਲੱਗਿਆ ਹੋਇਆ ਵੀ। ਤਾਂ C ਵੀ 2 ਵਾਰੀ ਕੰਮ ਕਰ ਰਿਹਾ ਹੈ, A ਵੀ 2 ਵਾਰੀ ਕੰਮ ਕਰ ਰਿਹਾ ਔਰ B ਵੀ ਦੋ ਵਾਰੀ ਕੰਮ ਕਰ ਰਿਹਾ ਹੈ। ਤਾਂ ਜਦੋਂ 2 ਵਾਰੀ ਕੰਮ ਕਰ ਰਿਹਾ ਹੈ ਤਾਂ ਫਿਰ ਇੱਕ ਸਾਰੇ ਕੀ ਬਣ ਜਾਣਗੇ 2A प्लस 2B प्लस 2C हो जाएगा। तो देखो इन्हां दे विचों कॉमन 2 कढ के आपां नूं तां A प्लस B प्लस C ते इन्हां दा कल्ले बंदे नूं लाउणा है। तो जे कल्ले नूं लाउणा है तां ये वाला जिहड़ा 2 है ये 15 ਇੱਟਾਂ नहीं लाउणगे, फिर 2 रल के 15 ला रहा है। जे कि कल्ले लगणगे तां 2 कट के ते फिर कितनियां बन जाणगीਆਂ 7.5 ਇੱਟਾਂ लगणगीਆਂ भी। ਤਾਂ ਆਪਣਾ ਆਪਾਂ ਕਿੱਥੋਂ ਤੱਕ ਪਹੁੰਚਣਾ ਹੈ ਵੀ ਇੱਥੇ ਪਹੁੰਚਣਾ ਨਾ 60 ਇੱਟਾਂ ਕਿ ਇੱਕ ਦਿਨ ਦੇ ਵਿੱਚ 7.5 ਇੱਟਾਂ ਲੱਗ ਰਹੀਆਂ। ਤਾਂ ਜਿਹੜੀਆਂ 60 ਇੱਟਾਂ ਫਿਰ ਕਿੰਨੇ ਦੇ ਤਾਂ 7.5 ਦੇ ਹਿਸਾਬ ਨਾਲ ਕਰ ਲਓ ਕਿੰਨਾ ਬਣਿਆ 60/7.5 ਪੁਆਇੰਟ ਕੈਂਸਲ करके ऊपर 10 लग जाएगा। तो 15 चौके 60 15 5 75 और 5 1 और 5 दूनी 10 भी ठीक है। तो एक कितना आंसर बन जाएगा भी अपना आंसर कितना आ गया 8 है ना। 8 दिनों ਦੇ ਵਿੱਚ ਕੰਮ ਜਿਹੜਾ ਉਹ ਕੰਪਲੀਟ ਹੋ ਜਾਏਗਾ ठीक है। 8 दिनों ਦੇ ਵਿੱਚ ਕੀ ਕੰਪਲੀਟ ਹੋਏਗਾ ठीक है। तो 8 आंसर आएगा इस आंसर का कंप्लीट ਜਿਹੜਾ सही आंसर है वो 8 है भी 8 ਦਿਨਾਂ ਦੇ ਵਿੱਚ ठीक है ना। तो चाहे तो देखो 7.5 ਨਾਲ करो, ਜੇ ਉਹ ਨਹੀਂ ਕਰਨਾ ਆਉਂਦਾ ਤਾਂ ਫਿਰ ਤੁਸੀਂ ਇਹ ਦੇਖ ਲਓ ਨਾ 60 ਇੱਟਾਂ ਲਾਉਣੀਆਂ 15/2 ਦੇ ਹਿਸਾਬ ਨਾਲ ਕਿੰਨੇ ਦਿਨਾਂ ਚ ਲੱਗ ਜਾਣਗੀਆਂ। ਤਾਂ ਦੇਖੋ 60 और नीचे 15/2 ਜਿਹੜਾ ਉੱਪਰ ਚਲਿਆ ਜਾਏਗਾ। ਤਾਂ 15 ਚੌਕੇ 60 और 4 दूनी 8। ਤਾਂ 8 ਦਿਨਾਂ ਦੇ ਵਿੱਚ ਜਿਹੜੇ ਤਿੰਨੋਂ ਜਿਹੜੇ ਕੰਮ ਨੂੰ ਕੰਪਲੀਟ ਕਰਦੇ ਆ ਵੀ ठीक है। ਇਹ ਪਹਿਲਾ ਪੁਆਇੰਟ ਹੈ। दूसरी गल उन्हें की दसी है कि पूछे भी कहता इकल्ला ए कितने दिनों दे विच करेगा भी इस चीज का बड़ा बहुत ज्यादा ध्यान रखना तुसी कि जदों इकल्ला ए इकल्ला बी इकल्ला सी कोई मर्जी पूछ सकता है कुछ भी पूछ सकता है, जरूरी नहीं है। देखो एवें नहीं हुंदा कि जरूरी तो नहीं है ना कि वो एवें पूछेगा भी तीनों मिल के कितने दिन करते हैं नहीं पूछेगा। वो सिंपल कहेगा ए ते बी इन्ने दिन करते बी ते सी इन्ने दिनों दे विच करते हैं सी और ए इन्ने दिनों दे विच करते हैं। तो इकल्ला ए दसो भी ਹੁਣ ਉੱਤੇ ਤਿੰਨਾਂ ਬਾਰੇ ਨਹੀਂ ਪੁੱਛੇਗਾ ਪਰ ਆਪਾਂ ਨੂੰ ਇਹ ਤਿੰਨਾਂ ਬਾਰੇ ਪਤਾ ਕਰਨਾ ਪਏਗਾ। ਇਹਨਾਂ ਤਿੰਨਾਂ ਦੇ ਇਕੱਠੇ ਕੰਮ ਨਾਲ ਹੀ ਆਪਾਂ ਨੂੰ ਪਤਾ ਚੱਲੇਗਾ ਲਾਸਟ ਦੇ ਵਿੱਚ ਕਿ ਇਹ ਕਿੰਨੇ ਦਿਨਾਂ ਚ ਕਰਦਾ ਠੀਕ ਹੈ। ਤਾਂ ਦੇਖੋ ਹੁਣ ਉਹਨੇ ਆਪਾਂ ਨੂੰ ਕੀ ਪੁੱਛਿਆ ਕਿ ਇਕੱਲਾ ਇਹ ਕਿੰਨੇ ਦਿਨਾਂ ਚ ਕਰਦਾ ਹੈ। ਤਾਂ ਜਿਹੜੀ ਚੀਜ਼ ਉਹਨੇ ਪੁੱਛੀ ਹੋਈ ਇੱਕ ਤਾਂ ਉਹ ਲੈਣੀ ਹੁੰਦੀ ਹੈ ਵੀ ਇੱਕ ਉਹ ਵਾਲੀ ਫਿਰ ਇੱਕ ਉਹਦੇ ਨਾਲ ਵਾਲੇ ਜਿਹੜੇ ਹੁੰਦੇ ਨੇ ਨਾਲ ਵਾਲੇ ਬਚ ਕੌਣ ਗਏ ਇਹ ਤਾਂ ਆ ਗਿਆ ਨਾ ਇੱਥੇ ਨਾਲ ਕੌਣ ਬਚਿਆ B ਤੇ C ਉਹ ਦੋਨੋਂ ਇਕੱਠੇ ਚੱਕ ਲੈਣੇ ਆ ਨਾਲ ਕੌਣ ਚੱਕਣੇ ਆ B ਤੇ C ਤੇ ਫਿਰ ਤੀਸਰਾ ਸਟੈਪ ਜਿਹੜਾ ਤਿੰਨੋਂ ਇਕੱਠੇ ਚੱਕਣੇ ਆ A plus B plus C। ਤਾਂ ਇਹ ਸਾਰਾ ਡਾਟਾ ਆਪਣੇ ਕੋਲ ਮੌਜੂਦ ਹੈ ਪਿੱਛੇ ਵੀ A B ਔਰ C ਕਿਸੇ ਕੰਮ ਨੂੰ ਕਿੰਨੇ ਦਿਨਾਂ ਕਰ ਸਕਦੇ ਆ 15 ਦਿਨਾਂ ਦੇ ਵਿੱਚ ਕਰ ਸਕਦੇ ਆ। B और C ਜਿਹੜੇ ਹੈ ਉਹ ਕਿਸੇ ਕੰਮ ਨੂੰ 15 ਦਿਨਾਂ ਦੇ ਵਿੱਚ ਕਰ ਸਕਦੇ ਆ। ਫਿਰ ਸਾਡਾ ਕੰਮ ਤਾਂ ਜਿਵੇਂ ਤਾਂ ਇਹ ਬਾਰੇ ਪੁੱਛ ਰਿਹਾ ਵੀ ਨਾਲ ਵਾਲੇ ਕੋਲ ਲੈਣੇ ਆ B ਤੇ C ਲੈਣੇ ਆ 15 ਫਿਰ ਉਹ A B ਤੇ C ਲੈ ਲਓ ਨਾਲ A B ਤੇ C ਵਾਲੇ ਜਿਹੜੇ ਆ ਕਿੰਨੇ ਦਿਨਾਂ ਕਰ ਜਾਂਦੇ ਆ 8 ਦਿਨਾਂ ਦੇ ਵਿੱਚ। ਤਾਂ ਚਲੋ 8 ਦਿਨਾਂ ਦੇ ਵਿੱਚ ਕਰ ਗਏ ਕੰਮ। ਤਾਂ ਆਪਾਂ ਇਕੱਲੇ ਇਹ ਬਾਰੇ ਪਤਾ ਕਰਨਾ ਤਾਂ 15 ਤੇ 8 ਦਾ ਐਲਸੀਐਮ 15 8 120 ਬਣ ਜਾਏਗਾ। ਤਾਂ ਇੱਥੇ ਕਿੰਨਾ ਬਣਿਆ ਵੀ 8 ਨੂੰ ਇਹਦੇ ਨਾਲ ਕਰੋ ਤਾਂ ਕਿੰਨਾ ਬਣ ਜਾਏਗਾ 15 ਇੱਥੇ 15 ਆ ਜਾਏਗਾ 15 ਫਿਰ ਇਹਨੂੰ ਇੱਥੇ ਕਰੋਗੇ ਤਾਂ ਕਿੰਨਾ ਬਣ ਜਾਏਗਾ 15 8 120 8 ਔਰ ਇਹ ਫਿਰ ਕਿੰਨੇ ਦਿਨਾਂ ਦੇ ਵਿੱਚ ਇਹ ਦੇਖੋ दोनों जने मिल के 15 ਇੱਟਾਂ ला रहा है और ये तीनों मिल के फिर कितनियां ला रहे हैं तीनों मिल के सॉरी तीनों जने 15 ਇੱਟਾਂ ला रहा है जिन्हां विच आ वाले 2 8 ला रहा था इकल्ला ये बाकी कितनियां लांदा होएगा 7 लांदा होएगा। ਤਾਂ ਉਹਨੇ 120 ਇੱਟਾਂ ਲਾਣੀਆਂ 7 ਦੇ ਹਿਸਾਬ ਨਾਲ। ਤਾਂ ਕਿਵੇਂ ਪਤਾ ਲੱਗਦਾ ਵੀ 7 ਨੂੰ ਕਿੰਨੇ ਨਾਲ ਗੁਣਾ ਕੀਤਾ ਜਾਏ ਕਿ 120 ਬਣ ਜੇ। ਤਾਂ ਇਹਨੂੰ ਇਹਦੇ ਨਾਲ ਡਿਵਾਈਡ ਕਰ ਲੈਣਾ। ਤਾਂ 120 ਨੂੰ ਭਾਗ ਕਰ ਲਾਂਗੇ
ਅੱਗੇ 7 ਨਾਲ ਤਾਂ ਜਿਹੜਾ ਆਪਣਾ ਆਨਸਰ ਆ ਜਾਏਗਾ ਇਕੱਲਾ A ਜਿਹੜਾ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਕਰ ਸਕਦਾ ਹੈ ਵੀ 120/7 ਦਿਨਾਂ ਦੇ ਵਿੱਚ। ਕਲੀਅਰ ਹੈ? ਤਾਂ ਇਹ ਵਾਲਾ ਕਿੰਨੇ ਦਿਨਾਂ 'ਚ ਕਰੇਗਾ 120/7 ਦਿਨਾਂ ਦੇ ਵਿੱਚ। ਜੇਕਰ ਉਹ ਪੁੱਛ ਲੇ ਕਿ C ਅਤੇ A ਕਿੰਨੇ ਦਿਨਾਂ 'ਚ ਕਰੇਗਾ ਤਾਂ ਉਹ ਵੀ ਆਪਾਂ ਦੇਖ ਲੈਂਦੇ ਹਾਂ ਵੀ C ਅਤੇ A ਬਾਰੇ ਜੇਕਰ ਪੁੱਛਦਾ ਹੈ ਤਾਂ C ਅਤੇ A ਬਾਰੇ ਵੀ ਆਪਾਂ ਚੈੱਕ ਕਰ ਲੈਂਦੇ ਹਾਂ। ਥੋੜਾ ਜਿਹਾ ਤੁਹਾਨੂੰ ਜ਼ਿਆਦਾ ਸਮਝ ਆ ਜਾਏਗਾ C ਅਤੇ A ਵਾਲੇ ਦੇ ਵਿੱਚ। ਦੇਖੋ C ਅਤੇ A ਬਾਰੇ ਉਹਨੇ ਪੁੱਛਿਆ ਹਨਾ, C ਅਤੇ A ਬਾਰੇ ਨਹੀਂ ਆ ਰਿਹਾ, B ਬਾਰੇ ਹਨਾ, C ਅਤੇ A ਨਹੀਂ, C ਅਤੇ A ਤਾਂ 12 ਦਿਨਾਂ ਵਿੱਚ ਆ ਰਿਹਾ ਤਾਂ A ਇਕੱਲਾ A ਪੁੱਛ ਲਿਆ। ਹੁਣ ਇਕੱਲਾ B ਚੈੱਕ ਕਰਦੇ ਆਪਾਂ, ਇਕੱਲਾ B ਤਾਂ ਇਕੱਲਾ B ਕਿੰਨੇ ਦਿਨਾਂ 'ਚ ਕਰੇਗਾ ਵੀ ਇਕੱਲਾ B ਤਾਂ B ਬਾਰੇ ਆਪਾਂ ਪਤਾ ਕਰਨਾ ਹੈ ਨਾ, ਤਾਂ B ਬਾਰੇ ਆਪਾਂ ਨੇ ਪਤਾ ਕਰਨਾ ਹੈ। B ਦੇ ਨਾਲ ਕੌਣ ਹੁੰਦਾ, B ਦੇ ਨਾਲ ਵਾਲੇ ਰਹਿ ਕੌਣ ਗਿਆ, A ਤੇ C ਰਹਿ ਗਿਆ ਹਨਾ, C और A ਰਹਿ ਗਿਆ ਔਰ ਬਾਕੀ ਫਿਰ ਤੀਸਰਾ ਕਿਹੜਾ ਆ ਗਿਆ A + B + C ਤਾਂ A + B + C ਕਿੰਨੇ ਦਿਨਾਂ ਦੇ ਵਿੱਚ 8 ਦਿਨਾਂ ਦੇ ਵਿੱਚ। C ਤੇ A ਕਿੰਨੇ ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਔਰ ਇਹਨਾਂ ਦਾ ਐਲਸੀਐਮ ਜਿਹੜਾ ਬਣ ਜਾਏਗਾ ਉਹ ਬਣ ਜਾਏਗਾ 12 ਔਰ 8 ਦਾ 24 ਬਣ ਜਾਏਗਾ ਵੀ, ਠੀਕ ਹੈ ਨਾ। 12 ਔਰ 8 ਦਾ ਜਦੋਂ ਐਲਸੀਐਮ ਕਰਾਂਗੇ ਤਾਂ 2 ਤੇ ਚਲਾ ਜਾਏਗਾ, 2 × 12 2 × 8 ਫਿਰ 2 ਤੇ ਚਲਾ ਜਾਏਗਾ ਤਾਂ 3 ਔਰ ਇੱਥੇ 2 ਤਾਂ 2 × 4 3 × 12 12 × 24 24 ਇੱਟਾਂ। 24 ਇੱਟਾਂ ਕੌਣ ਲਾ ਰਿਹਾ C ਅਤੇ 12 ਦਿਨਾਂ ਦੇ ਵਿੱਚ, A B C 8 ਦਿਨਾਂ ਦੇ ਵਿੱਚ ਤਾਂ ਇਹ ਦੋਨੋਂ ਮਿਲ ਕੇ ਤਿੰਨੋਂ ਜਣੇ ਮਿਲ ਕੇ ਇੱਕ ਦਿਨ ਦੇ ਵਿੱਚ ਕਿੰਨੀਆਂ ਲਾ ਦੇਣਗੇ 8 ਦੇ ਹਿਸਾਬ ਨਾਲ 3 ਇੱਟਾਂ 24 12 ਦਿਨਾਂ ਦੇ ਵਿੱਚ ਲਾ ਦੇ ਤਾਂ 24 ਇੱਟਾਂ ਕਿੰਨੇ ਦਿਨਾਂ 'ਚ 2 ਦਿਨ ਦੇ ਵਿੱਚ ਲੱਗ ਜਾਣਗੀਆਂ। ਤਾਂ ਫਿਰ B C ਤੇ A ਇਹ ਤਿੰਨੋਂ 3 ਲਾ ਰਿਹਾ ਆ ਦੋਨੋਂ 2 ਲਾ ਰਿਹਾ ਤਾਂ ਇਹ ਕਿੰਨੀਆਂ ਲਾਉਂਦਾ ਹੋਏਗਾ 1। ਜੇ 1 ਲਾਉਂਦਾ ਤਾਂ ਆਪਾਂ ਨੂੰ ਕੀ ਪਤਾ ਵੀ ਦਿਨ ਕਿੰਨੇ ਲਾਏਗਾ, ਇੱਕ ਦਿਨ ਦੇ ਵਿੱਚ 1 ਇੱਟ ਲਾ ਰਿਹਾ, ਲੱਗਣੀਆਂ ਕਿੰਨੀਆਂ 24 ਆ ਤਾਂ ਇਹ ਫਿਰ ਕਿੰਨੇ ਦਿਨ ਲਾ ਦੇਗਾ ਵੀ 24 ਦਿਨ। ਤਾਂ ਇੱਥੇ ਫਿਰ ਆਪਣਾ ਆਨਸਰ ਕਿੰਨਾ ਬਣ ਗਿਆ 24 ਦਿਨ। B ਦਾ ਆਨਸਰ ਕਿੰਨਾ ਬਣਿਆ 24 ਦਿਨ, ਠੀਕ ਹੈ। ਤਾਂ B ਇਸ ਕੰਮ ਨੂੰ 24 ਦਿਨਾਂ 'ਚ ਕਰੇਗਾ। A ਜਿਹੜਾ ਸੀਗਾ ਉਹ 120/7 ਦਿਨਾਂ ਦੇ ਵਿੱਚ ਕਰੇਗਾ। ਐਵੇਂ ਤੁਸੀਂ C ਬਾਰੇ ਪਤਾ ਕਰ ਸਕਦੇ ਹੋ। ਠੀਕ ਹੈ ਵੀ ਤਾਂ ਇੱਕ ਨਵਾਂ ਕੁਐਸਚਨ ਵੀ ਕਿ A ਕਿਸੇ ਕੰਮ ਨੂੰ 15 ਦਿਨਾਂ ਵਿੱਚ ਕਰ ਸਕਦਾ ਹੈ। A ਨੇ ਕੇਵਲ 3 ਦਿਨ ਕੰਮ ਕੀਤਾ ਅਤੇ ਛੱਡ ਕੇ ਚਲਿਆ ਗਿਆ ਔਰ ਬਾਕੀ ਬਚਿਆ ਕੰਮ B ਨੇ 8 ਦਿਨਾਂ ਵਿੱਚ ਖਤਮ ਕੀਤਾ ਤਾਂ B ਇਕੱਲਾ ਉਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰ ਸਕਦਾ ਹੈ। ਠੀਕ ਹੈ, ਇੱਕ ਬਿਲਕੁਲ ਨਵਾਂ ਕੁਐਸਚਨ ਹੈ। ਇਹਦੇ ਵਿੱਚ ਦੇਖੋ A ਜਿਹੜਾ ਨਾ A ਕਿਸੇ ਕੰਮ ਨੂੰ ਕਹਿੰਦਾ 15 ਦਿਨਾਂ ਦੇ ਵਿੱਚ ਕਰ ਸਕਦਾ ਹੈ। A ਕਿਸੇ ਕੰਮ ਨੂੰ 15 ਦਿਨਾਂ ਦੇ ਵਿੱਚ B ਬਾਰੇ ਉਹਨੇ ਪੁੱਛਿਆ ਕਿ B ਕਿੰਨੇ ਦਿਨਾਂ ਦੇ ਵਿੱਚ ਕਰੇਗਾ ਪਰ ਨਾ ਹੀ ਆਪਾਂ ਨੂੰ A ਔਰ +B ਬਾਰੇ ਕੁਝ ਦੱਸਿਆ ਹੋਇਆ ਕਿ ਦੋਨੋਂ ਮਿਲ ਕੇ ਕਿੰਨੇ ਦਿਨਾਂ ਦੇ ਵਿੱਚ ਕਰਦੇ ਆ। ਇਹਨੂੰ ਕੁਝ ਨਹੀਂ ਦਿੱਤਾ ਉਹਨੇ। ਉਹਨੇ ਗੱਲ ਕਹੀ ਕਿ A ਨੇ ਕੰਮ ਸ਼ੁਰੂ ਕੀਤਾ 3 ਦਿਨ ਬਾਅਦ ਉਹਨੇ ਕੰਮ ਛੱਡ ਵੀ ਦਿੱਤਾ ਔਰ ਬਾਕੀ ਜਿਹੜਾ ਕੰਮ ਬਚਿਆ ਸੀਗਾ ਉਹ ਵਾਲਾ B ਨੇ ਕਰ ਦਿੱਤਾ 8 ਦਿਨਾਂ ਦੇ ਵਿੱਚ। ਤਾਂ ਇਕੱਲਾ B ਕਿੰਨੇ ਦਿਨਾਂ ਦੇ ਵਿੱਚ ਕਰ ਸਕਦਾ ਹੈ B, ਠੀਕ ਹੈ ਨਾ। ਤਾਂ ਥੋੜਾ ਜਿਹਾ ਨਵਾਂ ਕੁਐਸਚਨ ਹੈ। ਇੱਥੇ ਦੇਖੋ ਨਾ ਤਾਂ A ਬਾਰੇ ਦੱਸਿਆ ਸੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਕਈ ਵਾਰੀ ਐਵੇਂ ਵੀ ਹੋਇਆ ਕਰੇਗਾ ਕਿ A ਤੇ B ਬਾਰੇ ਵੀ ਨਹੀਂ ਦੱਸਿਆ ਜਾਏਗਾ ਔਰ ਨਾ ਹੀ ਇਕੱਲੇ B ਬਾਰੇ ਦੱਸਿਆ ਜਾਏਗਾ, ਓਨਲੀ ਤੇ ਓਨਲੀ ਜਿਹੜਾ A ਬਾਰੇ ਦੱਸਿਆ। ਤਾਂ ਇੱਥੇ ਕਿਵੇਂ ਪਤਾ ਲੱਗੇਗਾ ਕਿ ਕਿੰਨਾ ਵਰਕ ਕਿੰਨਾ ਟੋਟਲ ਕਿੰਨੀਆਂ ਇੱਟਾਂ ਲਾਉਣ ਵਾਲੀਆਂ, ਠੀਕ ਹੈ ਨਾ। ਤਾਂ ਚਲੋ ਜੇ ਜਦੋਂ ਇਹ ਵਾਲੀ ਕੰਡੀਸ਼ਨ ਪੈਦਾ ਹੋ ਜੇ, ਹੁਣ ਜ਼ਰੂਰੀ ਤਾਂ ਨਹੀਂ ਹੈ ਕਿ A ਬਾਰੇ ਦੱਸਿਆ ਹੈਗਾ, ਕਈ ਵਾਰੀ ਇਹ ਦੋਨੋਂ ਚੀਜ਼ਾਂ ਮਿਸ ਪ੍ਰਿੰਟ ਹੋਣਗੀਆਂ। ਇੱਥੇ A ਤੇ B ਦੋਨਾਂ ਬਾਰੇ ਬੋਲਿਆ ਕਰੇਗਾ ਕਿ ਦੋਨੋਂ ਐਵੇਂ ਦੇ ਨਾਲ ਕਰ ਸਕਦੇ ਆ। ਤਾਂ ਚਲੋ ਜੋ ਵੀ ਦਿੱਤਾ ਹੈ ਨਾ ਤਾਂ ਸਿਰਫ ਆਪਾਂ ਉਹੀ ਡਾਟਾ ਮੰਨ ਲੈਣਾ ਕਿ ਉਹ ਟੋਟਲ ਵਰਕ ਕੀ ਹੈ। ਤਾਂ ਤੁਸੀਂ ਕੀ ਇੱਥੇ ਮੰਨੋਗੇ, ਤੁਸੀਂ ਇਹ ਮੰਨ ਕੇ ਚੱਲੋਗੇ ਜਿਹੜੀਆਂ ਟੋਟਲ ਇੱਟਾਂ ਹੈ ਨਾ ਉਹ ਬੜੀਆਂ ਕਿੰਨੀਆਂ 15 ਇੱਟਾਂ ਵੀ, ਇਹ ਵਾਲੀਆਂ 15 ਇੱਟਾਂ ਲਾਉਣ ਵਾਲੀਆਂ ਟੋਟਲ ਵਰਕ ਹੈ ਜਿਹੜਾ ਟੋਟਲ ਵਰਕ ਬਣਿਆ 15। ਅੱਛਾ ਜੇ ਇਹੀ 15 ਇੱਟਾਂ 15 ਦਿਨਾਂ ਦੇ ਵਿੱਚ ਲਾ ਸਕਦਾ ਤਾਂ ਇੱਕ ਦਿਨ ਦੇ ਵਿੱਚ ਕਿੰਨੀਆਂ ਲਾਉਂਦਾ ਹੋਏਗਾ ਵੀ 1 ਲਾਉਂਦਾ ਹੋਏਗਾ। ਕਲੀਅਰ, ਠੀਕ ਹੈ। ਤਾਂ ਇੱਕ ਦਿਨ ਦੇ ਵਿੱਚ ਇਹਨੇ 1 ਇੱਟ ਲਾਈ, ਕੰਮ ਕਿੰਨੇ ਦਿਨ ਕੀਤਾ ਵੀ 3 ਦਿਨ ਕੰਮ ਕੀਤਾ। ਤਾਂ ਜੇ 3 ਦਿਨ ਕੰਮ ਕੀਤਾ ਇਹਨੇ ਤਾਂ ਇਹਨੇ ਕਿੰਨੀਆਂ ਇੱਟਾਂ ਲਾਈਆਂ ਹੋਣਗੀਆਂ 3 ਇੱਟਾਂ ਲਾਈਆਂ ਹੋਣਗੀਆਂ। 3 × 1 ਦੇ ਹਿਸਾਬ ਨਾਲ ਟੋਟਲ 3 ਇੱਟਾਂ ਲਾਈਆਂ। ਤਾਂ ਬਾਕੀ ਕਿੰਨੀਆਂ ਬਚੀਆਂ ਵੀ, ਬਾਕੀ ਜਿਹੜੀਆਂ ਬਚੀਆਂ ਉਹ ਵਾਲੀਆਂ ਇੱਟਾਂ ਕਿੰਨੀਆਂ 12 ਇੱਟਾਂ ਬਚੀਆਂ ਵੀ ਬਾਕੀ, ਠੀਕ ਹੈ। ਇਹ 12 ਇੱਟਾਂ ਹੀ ਜਿਹੜੀਆਂ B ਲਾਏਗਾ 8 ਦਿਨਾਂ ਦੇ ਵਿੱਚ, ਹਨਾ। B ਦੀ ਕੀ ਕੈਪੈਸਿਟੀ ਹੈ, B ਜਿਹੜਾ ਆਪਣੇ ਕੋਲ B ਹੈ ਨਾ B, ਦੇਖੋ B ਜਿਹੜਾ B ਇਹ ਵਾਲੀਆਂ ਜਿਹੜੀਆਂ 12 ਇੱਟਾਂ B ਜਿਹੜਾ 12 ਇੱਟਾਂ ਜਿਹੜੀਆਂ ਲਾਉਣੀਆਂ ਉਹ ਕਿੰਨੇ ਦਿਨਾਂ ਦੇ ਵਿੱਚ ਲਾ ਸਕਦਾ B 12 ਇੱਟਾਂ 8 ਦਿਨ ਦੇ ਵਿੱਚ ਲਾ ਸਕਦਾ ਹੈ।
8 ਦਿਨਾਂ ਦੇ ਵਿੱਚ ਹੈ ਨਾ। ਬਾਕੀ ਬਚਿਆ ਕੰਮ B ਨੇ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਕੀਤਾ 8 ਦਿਨਾਂ ਦੇ ਵਿੱਚ ਹੈ ਨਾ 8 ਦਿਨਾਂ ਦੇ ਵਿੱਚ। ਪਰ ਆਪਾਂ B ਦੇ ਕੋਲੋਂ ਸਿਰਫ ਕੱਲੀਆਂ 12 ਇੱਟਾਂ ਨਹੀਂ ਲਵਾਉਣੀਆਂ ਵੀ ਆਪਾਂ ਨੂੰ ਤਾਂ ਟੋਟਲ ਵਰਕ ਪੁੱਛਿਆ ਨਾ B ਦੀ ਕੈਪੈਸਿਟੀ B 15 ਇੱਟਾਂ ਕਿੰਨੇ ਦਿਨਾਂ ਦੇ ਵਿੱਚ ਲਾ ਸਕਦਾ ਹੈ। ਇਹੀ ਪੁੱਛਿਆ ਨਾ ਵੀ B ਦਾ ਕੰਮ ਦੱਸੋ ਕਿੰਨੇ ਦਿਨਾਂ 'ਚ ਕਰ ਸਕਦਾ ਹੈ। ਤਾਂ ਮਤਲਬ ਕਿ 15 ਇੱਟਾਂ B 12 ਇੱਟਾਂ 8 ਦਿਨ ਦੇ ਵਿੱਚ ਲਾ ਸਕਦਾ ਹੈ। 15 ਇੱਟਾਂ ਜਿਹੜੀਆਂ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਲਾਏਗਾ ਵੀ। ਤਾਂ ਦੇਖੋ ਇੱਥੇ ਆਪਾਂ ਯੂਜ਼ ਕਰਾਂਗੇ ਆਪਣਾ ਯੂਨਿਟਰੀ ਮੈਥਡ। ਠੀਕ ਹੈ, ਯੂਨਿਟਰੀ ਮੈਥਡ ਦੀ ਜਿਹੜੀ ਫਸਟ ਕਲਾਸ ਹੈ ਪਰਸੈਂਟੇਜ ਡੇ 1 ਵਾਲੀ, ਜੇ ਕਿਸੇ ਨੂੰ ਨਹੀਂ ਪਤਾ ਨਾ ਤਾਂ ਉਹ ਪਰਸੈਂਟੇਜ ਡੇ 1 ਦੀ ਜਿਹੜੀ ਹੈ ਯੂਨਿਟਰੀ ਮੈਥਡ ਵਾਲੀ ਕਲਾਸ ਦੇਖ ਸਕਦਾ ਵੀ। ਤਾਂ ਉਹਦੇ ਵਿੱਚ ਆਪਾਂ ਕੀ ਦੱਸਿਆ ਸੀਗਾ ਕਿ ਜੋ ਚੀਜ਼ ਪਤਾ ਕਰਨੀ ਹੈ ਇੱਟਾਂ 15 ਪਤਾ ਕਰਨੀ ਹੈ ਤਾਂ ਦੇਖੋ ਇਹ ਵਾਲੀਆਂ 15 ਉੱਪਰ ਰੱਖ ਲੈਣੀ ਹੈ, ਉਹਦੇ ਨਾਲ ਵਾਲੀ ਆ ਉਹ ਨੀਚੇ ਹੈ ਔਰ ਮਲਟੀਪਲਾਈ ਦੇ ਵਿੱਚ ਬਾਕੀ ਜੋ ਕੁਝ ਬਚ ਜਾਂਦਾ ਵੀ। ਤਾਂ 4 दूनी 8 3 चौके 12 और 3 1 3 5 15 और 2 5 10। ਤਾਂ ਆਪਣਾ ਜਿਹੜਾ ਆਨਸਰ ਹੈ ਉਹ ਕਿੰਨਾ ਨਿਕਲ ਕੇ ਆਏਗਾ ਵੀ। ਉਹ ਜਿਹੜਾ ਆਨਸਰ ਹੈ ਨਾ 10 ਦਿਨ ਆਏਗਾ ਤਾਂ 10 ਦਿਨ ਦੇ ਵਿੱਚ ਟੋਟਲ ਵਰਕ ਕੰਪਲੀਟ ਹੋ ਜਾਏਗਾ। ਤਾਂ ਠੀਕ ਹੈ, ਚਲੋ ਜੇਕਰ ਕਿਸੇ ਨੂੰ ਇਹ ਕੁਐਸਚਨ ਨਹੀਂ ਸਮਝ ਲੱਗਿਆ ਤਾਂ ਉਹ ਕੀ ਕਰ ਸਕਦਾ ਹੈ, ਵੀਡੀਓ ਨੂੰ ਪਾਉਜ਼ ਬੈਕ ਕਰੋ ਔਰ ਬੈਕ ਕਰਕੇ ਦੁਬਾਰਾ ਚੈੱਕ ਕਰੋ। ਠੀਕ ਹੈ ਨਾ। ਤਾਂ ਵੈਰੀ ਇੰਪੋਰਟੈਂਟ ਕੁਐਸਚਨ ਹੈ, ਤੁਹਾਡਾ ਸਟੈਂਡਰਡ ਲੈਵਲ ਦਾ ਕੁਐਸਚਨ ਹੈ। ਚਲੋ ਵੀ ਠੀਕ ਹੈ, ਤਾਂ ਇੱਕ ਨਵਾਂ ਕੁਐਸਚਨ ਦੇਖਣ ਨੂੰ ਮਿਲ ਰਿਹਾ ਤੁਹਾਨੂੰ। ਪਰ ਇਹ ਜਿਹੜਾ ਕੁਐਸਚਨ ਹੈ ਵੈਰੀ ਇੰਪੋਰਟੈਂਟ ਹੈ ਵੀ, ਬਹੁਤ ਜ਼ਿਆਦਾ ਵਧੀਆ ਲੈਵਲ ਦਾ ਕੁਐਸਚਨ ਹੈ। ਕਿਸੇ ਵੀ ਅਕੈਡਮੀ ਦੇ ਵਿੱਚ ਇਹ ਕੁਐਸਚਨ ਇਹੋ ਜਿਹਾ ਕੁਐਸਚਨ ਜਿਹੜੇ ਆ ਬਹੁਤ ਰੇਅਰ ਦੇਖਣ ਨੂੰ ਮਿਲਦੇ ਆ। ਤਾਂ ਆਪਾਂ ਕਰਦੇ ਆ ਨੂੰ ਸਿੰਪਲ ਤਰੀਕੇ ਦੇ ਨਾਲ ਕਰਾਂਗੇ। ਠੀਕ ਹੈ, ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਸਟ ਨਾਰਮਲ ਵੇ ਸਿੰਪਲ ਲਿਵਿੰਗ ਹਾਈ ਥਿੰਕਿੰਗ ਵਧੀਆ ਤਰੀਕੇ ਨਾਲ ਕੁਐਸਚਨ ਕਰਾਂਗੇ। ਦੇਖੋ ਕਰਨਾ ਕੀ ਹੈ, ਕਹਿੰਦਾ ਇਹ ਕਿਸੇ ਕੰਮ ਨੂੰ 20 ਦਿਨਾਂ ਦੇ ਵਿੱਚ ਕਰ ਸਕਦਾ ਹੈ, 20-30 ਦਿਨਾਂ ਦੇ ਵਿੱਚ ਕਰ ਸਕਦਾ ਹੈ ਵੀ। ਤਾਂ ਉਹਨਾਂ ਨੇ ਮਿਲ ਕੇ ਸ਼ੁਰੂ ਕੀਤਾ ਕੰਮ ਔਰ ਕੰਮ ਖਤਮ ਹੋਣ। ਅੱਛਾ ਦੇਖੋ ਪਹਿਲੇ ਕੁਐਸਚਨ ਕੀ ਆਉਂਦਾ ਹੁੰਦਾ ਸੀਗਾ ਕਿ ਕੰਮ ਸ਼ੁਰੂ ਕਰਨ ਤੋਂ ਬਾਅਦ ਛੱਡਦੇ ਹੁੰਦੇ ਸੀਗੇ, ਪਰ ਇੱਥੇ ਥੋੜਾ ਉਲਟ ਬੋਲ ਦਿੱਤਾ ਨੇ, ਕੰਮ ਖਤਮ ਹੋਣ ਤੋਂ ਪਹਿਲੇ ਆਣਾ। ਅੱਗੇ ਕੀ ਕਹਿੰਦੇ ਸੀਗੇ ਕਿ ਇਹ ਇੰਨੇ ਦਿਨਾਂ ਕਰਦਾ B ਇੰਨੇ ਦਿਨਾਂ ਦੇ ਵਿੱਚ ਕਰਦਾ, ਸ਼ੁਰੂ ਕੀਤਾ ਤੇ ਕੁਝ ਸਮੇਂ ਬਾਅਦ ਉਹ ਜਿਹੜਾ ਕੰਮ ਛੱਡ ਕੇ ਚਲੇਗਾ। ਲੇਕਿਨ ਇੱਥੇ ਕੰਮ ਖਤਮ ਹੋਣ ਤੋਂ ਪਹਿਲਾਂ ਹੀ ਛੱਡਿਆ ਜਾ ਰਿਹਾ। ਤਾਂ ਵੇਖ ਲੈਣੇ ਫਿਰ ਆਪਾਂ ਕੀ ਹੁੰਦਾ। ਤਾਂ ਇਹ ਕਿਸੇ ਕੰਮ ਨੂੰ ਕਿੰਨੇ ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਵੀ B ਜਿਹੜਾ ਉਹ ਕੰਮ ਨੂੰ ਕਿੰਨੇ 30 ਦਿਨਾਂ ਦੇ ਵਿੱਚ। ਤਾਂ ਟੋਟਲ ਪਹਿਲੇ ਵਰਕ ਕਿੰਨਾ ਵੀ। ਠੀਕ ਹੈ, ਟੋਟਲ ਵਰਕ ਇਹਨਾਂ ਦਾ ਕਰੋਗੇ ਤਾਂ 60 ਇੱਟਾਂ ਆ ਜਾਣਗੀਆਂ ਵੀ। 60 ਇੱਟਾਂ ਆ ਜਾਣਗੀਆਂ। ਇੱਟਾਂ ਜਿਹੜੀ ਹੈ ਟੋਟਲ ਵਰਕ ਹੁੰਦਾ ਵੀ ਟੋਟਲ 60 ਇੱਟਾਂ ਲਾਉਣ ਵਾਲੀਆਂ। ਤਾਂ ਜਿਹੜਾ ਇਹ ਹੈ ਇਹ ਜਿਹੜਾ ਇਹ ਹੀ 60 ਇੱਟਾਂ ਕਿੰਨੇ ਦਿਨਾਂ ਦੇ ਵਿੱਚ ਲਾ ਸਕਦਾ 20 ਔਰ 3 ਔਰ B ਜਿਹੜਾ ਇਹ ਕਿੰਨੇ ਜਿਹੜੀਆਂ 60 ਇੱਟਾਂ ਜਿਹੜੀਆਂ 30 ਦਿਨਾਂ ਦੇ ਵਿੱਚ ਕਰਦਾ ਔਰ ਇੱਕ ਦਿਨ ਦੇ ਵਿੱਚ ਕਿੰਨੀਆਂ 2 ਲਾ ਰਿਹਾ। ਠੀਕ ਹੈ ਜੀ। चलो ਤਾਂ ਅੱਗੇ ਉਹਨੇ ਕੀ ਬੋਲਿਆ ਕਿ ਅੱਛਾ ਸਟਾਰਟਿੰਗ ਤੋਂ ਦੇਖੋ A और B दोनों ਲੱਗੇ ਹੋਣਗੇ ਨਾ। ਸਟਾਰਟਿੰਗ ਤੋਂ ਕੌਣ ਲੱਗੇ ਹੋਣਗੇ A और प्लस B ਹੈ। ਲੇਕਿਨ ਜਦੋਂ ਫਿਨਿਸ਼ ਹੋਇਆ ਕੰਮ ਤਾਂ ਉਸ ਤੋਂ ਕਹਿੰਦਾ 5 ਦਿਨ ਪਹਿਲੇ ਉਸ ਤੋਂ 5 ਦਿਨ ਪਹਿਲੇ ਜਿਹੜਾ B ਜਿਹੜਾ ਕੰਮ ਨੂੰ ਛੱਡ ਕੇ ਚਲਿਆ ਗਿਆ ਵੀ B ਛੱਡ ਕੇ ਚਲਿਆ ਗਿਆ। ਪਰ ਇਹ ਵਾਲਾ ਜਿਹੜਾ ਕੰਮ ਹੈ ਇਹ ਕਿੰਨੇ ਕੀਤਾ ਹੋਏਗਾ ਵੀ ਇਹ ਵਾਲਾ ਕੰਮ ਕੀਤਾ ਹੋਏਗਾ A ਨੇ ਹਨਾ। 5 ਦਿਨ ਕੰਮ ਦੋਨਾਂ ਨੇ ਮਿਲ ਕੇ ਸ਼ੁਰੂ ਕੀਤਾ ਲੇਕਿਨ 5 ਦਿਨ ਪਹਿਲਾਂ B ਛੱਡ ਕੇ ਚਲਿਆ ਗਿਆ। यानी कि ਜਿਹੜੇ ਲਾਸਟ ਵਾਲੇ 5 ਦਿਨ ਹੈ ਲਾਸਟ ਵਾਲੇ ਆ ਵਾਲੇ ਜਿਹੜੇ 5 ਦਿਨ ਹੈ ਇਹ 5 ਦਿਨ ਦੇ ਵਿੱਚ B ਜਿਹੜਾ ਐਬਸੈਂਟ ਰਿਹਾ ਔਰ ਇਹ ਕੰਮ ਕਿਹਨੇ ਕੀਤਾ ਹੋਏਗਾ A ਨੇ ਕੀਤਾ ਹੋਏਗਾ। ਇਹ ਇੱਕ ਦਿਨ ਦੇ ਵਿੱਚ ਦੇਖੋ 3 ਇੱਟਾਂ ਲਾ ਰਿਹਾ ਇਹ ਜਿਹੜਾ ਹੈ ਨਾ ਇਹ ਵਾਲਾ ਇੱਕ ਦਿਨ ਦੇ ਵਿੱਚ 3 ਇੱਟਾਂ ਲਾ ਰਿਹਾ ਔਰ ਲਾਸਟ ਦੇ ਵਿੱਚ ਤੇ ਲਾਸਟ ਦੇ 5 ਦਿਨਾਂ ਦੇ ਵਿੱਚ ਨੇ 3 ਦੇ ਹਿਸਾਬ ਨਾਲ 5 ਕਰਦੇ 3 5 15 ਇੱਟਾਂ ਲਾ ਦਿੱਤੀਆਂ ਹੋਣਗੀਆਂ ਵੀ। ठीक है 15 ਇੱਟਾਂ ਲਾਈਆਂ ਹੋਣਗੀਆਂ ਲਾਸਟ ਵਾਲੇ 5 ਦਿਨਾਂ ਦੇ ਵਿੱਚ। ਅੱਛਾ ਜੇਕਰ ਇਕੱਲੇ ਨੇ 15 ਇੱਟਾਂ ਲਾਈਆਂ ਲਾਸਟ ਵਾਲੇ ਦੇ ਵਿੱਚ 5 ਦਿਨਾਂ ਦੇ ਵਿੱਚ ਤਾਂ ਯਾਨੀ ਕਿ 15 ਤੋਂ ਇਕੱਲਾ ਲਾ ਗਿਆ ਔਰ ਬਾਕੀ ਕਿੰਨੀਆਂ ਬਚੀਆਂ ਵੀ 45 ਇੱਟਾਂ ਹਨਾ। ਹੁਣ ਇਹ ਜਿਹੜੀਆਂ 45 ਇੱਟਾਂ ਇਹ ਵਾਲੀਆਂ 45 ਇੱਟਾਂ ਸ਼ੁਰੂਆਤ ਦੇ ਵਿੱਚ A ਤੇ B ਇਕੱਠੇ ਸੀਗੇ ਉਹਨਾਂ ਨੇ ਲਾਈਆਂ ਹੋਣਗੀਆਂ ਵੀ। ਠੀਕ ਹੈ ਇਹ 45 ਇੱਟਾਂ ਜਿਹੜੀਆਂ ਲੱਗੀਆਂ A ਤੇ B ਉਹਨਾਂ ਦੋਨਾਂ ਨੇ ਮਿਲ ਕੇ ਲਾਈਆਂ। ਤਾਂ ਦੇਖੋ ਉਹ ਦੋਨੋਂ ਜਿਹੜੇ ਇੱਕ ਦਿਨ ਦੇ ਵਿੱਚ ਕਿੰਨੀਆਂ ਲਾ ਸਕਦੇ ਆ A ਔਰ B 3 ਔਰ 2 5 ਇੱਟਾਂ ਲਾ ਸਕਦੇ ਆ ਵੀ A ਔਰ B ਦੋਨੋਂ ਜਣੇ ਮਿਲ ਕੇ ਇੱਕ ਦਿਨ ਦੇ ਵਿੱਚ 5 ਇੱਟਾਂ ਲਾ ਸਕਦੇ ਆ। ਤਾਂ ਇਹ 45 ਇੱਟਾਂ ਜਿਹੜੀਆਂ ਉਹ 5 ਦੇ ਹਿਸਾਬ ਨਾਲ ਉਹਨਾਂ ਨੇ 9 ਦਿਨਾਂ ਦੇ ਵਿੱਚ ਲਾਈਆਂ ਹੋਣਗੀਆਂ। ਠੀਕ ਹੈ ਤਾਂ ਦੇਖੋ A ਤੇ B ਨੇ ਪਹਿਲੇ 9 ਦਿਨ ਕੰਮ ਕੀਤਾ ਬਾਕੀ 15 ਇੱਟਾਂ ਜਿਹੜੀਆਂ 5 ਦਿਨਾਂ ਦੇ ਵਿੱਚ ਲੱਗੀਆਂ ਔਰ ਲਾਈਆਂ ਕਿੰਨੇ A ਨੇ। ਟੋਟਲ ਕਿੰਨੇ ਦਿਨਾਂ ਦੇ ਵਿੱਚ ਕੰਮ ਕੰਪਲੀਟ ਹੋਇਆ 9 ਦਿਨ ਪਹਿਲੇ ਲੱਗੇ ਫਿਰ ਇਕੱਲਾ A ਲੱਗਿਆ
9 ਤੇ 5 टोटल कितना आ गया 14 दिन। ठीक है, तो ये वाला ਜਿਹੜਾ आंसर है अपना 14 दिन आया। ਤਾਂ ਐਵੇਂ ਇਸ ਕੁਐਸਚਨ ਨੂੰ ਕਰਨਾ ਸੀਗਾ, ਕੋਈ ਜ਼ਿਆਦਾ ਖਾਸ ਟਿਪੀਕਲ ਨਹੀਂ ਹੈ, ਸਿੰਪਲ ਜਿਹਾ ਕੰਮ ਸੀਗਾ। ਕਨਸੈਪਟ ਆਪਾਂ ਉਹੀ ਰੱਖਿਆ ਪੁਰਾਣੇ ਵਾਲਾ कि ये एक दिन ਦੇ ਵਿੱਚ 3 ਇੱਟਾਂ बी एनिया ਇੱਟਾਂ और दोनों मिल के एक दिन ਦੇ ਵਿੱਚ 5 ਇੱਟਾਂ। लेकिन ਆਪਾਂ ਕੀ ਪਤਾ ਕੀਤਾ कि लास्ट ਵਾਲੇ ਜਿਹੜੇ 5 दिन है ਉੱਥੇ B ਨੇ ਕੰਮ ਨਹੀਂ ਕੀਤਾ। 5 ਦਿਨ ਪਹਿਲੇ ਉਹੀ 5 ਦਿਨ ਆਪਾਂ A ਕੋਲੋਂ ਕੰਮ ਕਰਵਾ ਲਿਆ ਵੀ 3 5 15 ਇੱਟਾਂ 15 ਇੱਟਾਂ ਲੱਗੀਆਂ, ਲਾਣੀਆਂ 60 ਸੀਗੀਆਂ और पहले 45 ਲੱਗ ਚੁੱਕੀਆਂ ਹੋਣਗੀਆਂ ਵੀ और ਦੋਨਾਂ ਜਣੇ ਨੇ ਲਾਈਆਂ तो 9 5 45 9 और 5 14। ठीक है, तो इस क्वेश्चन का ਜਿਹੜਾ सही आंसर है वो कितना भी 14 दिन आंसर है। ठीक है भी, चलो चले कोई ना लास्ट क्वेश्चन है बड़ा आज ਦਾ और डे 2 ਦਾ ਵੀ ਸਾਇਦ ਦੇ ਵਿੱਚ ਸੇਮ ਹੀ ਆ, ਪਿੱਛੇ ਵਾਲੇ ਦੇ ਨਾਲ ਦਾ ਹੀ क्वेश्चन ਹੈ, ਸੇਮ क्वेश्चन ਹੈ। ਇਹ ਕਿਸੇ ਕੰਮ ਨੂੰ 15 ਦਿਨਾਂ ਦੇ ਵਿੱਚ ਕਰ ਸਕਦਾ ਹੈ, 20 25 ਦਿਨਾਂ ਦੇ ਵਿੱਚ ਕਰ ਸਕਦਾ ਹੈ और ਇਹਨੇ ਕੰਮ ਖਤਮ ਹੋਣ ਤੋਂ 5 ਦਿਨ ਪਹਿਲਾਂ ਛੱਡ ਦਿੱਤਾ ਵੀ ਹੈ ਨਾ। ਖਤਮ ਹੋਣ ਪਹਿਲੇ ਲਾਸਟ ਵਾਲੇ क्वेश्चन ਦੇ ਵਿੱਚ 20 ਪਹਿਲੇ ਛੱਡ ਕੇ ਗਿਆ ਸੀਗਾ, ਹੁਣ ਇਹ ਛੱਡ ਕੇ ਚਲਾ ਗਿਆ ਵੀ। ਤਾਂ ਚਲੋ ਦੇਖ ਲੈਂਦੇ ਆਪਾਂ। ਤਾਂ ਟੋਟਲ ਵਰਕ ਪਹਿਲੇ ਤਾਂ ਚੈੱਕ ਕਰਦੇ ਹਾਂ ਕਿੰਨਾ ਹੈ। ਤਾਂ ਇਹ ਜਿਹੜਾ ਹੈ a ਬਰਾਬਰ 15 b 25 और ਇਹਦਾ ਜਦੋਂ ਐਲਸੀਐਮ ਕਰਾਂਗੇ ਤਾਂ 75 ਬਣ ਜਾਏਗਾ ਵੀ। ਚਲੋ ਕਰਕੇ ਦੇਖ ਲਓ। ਚਲੋ ਇੱਕ ਸਾਈਡ ਤੇ ਐਲਸੀਐਮ 15 और 25 ਦਾ ਐਲਸੀਐਮ ਤਾਂ 5 3 5 15 5 5 25 5 15 5 75। ठीक है, ਤਾਂ ਇਹ ਜਿਹੜਾ 15 ਇੱਕ ਸਾਲ ਦਿਨ ਦੇ ਵਿੱਚ 5 ਇੱਟਾਂ ਲਾਉਂਦਾ ਹੈ और ਇਹ ਵਾਲਾ ਜਿਹੜਾ 25 3 75 3 ਇੱਟਾਂ ਲਾਉਂਦਾ ਹੈ। ਹੁਣ ਗੱਲ ਉਹੀ ਆ ਗਈ ਕਿ ਸ਼ੁਰੂਆਤ ਦੇ ਵਿੱਚ ਤਾਂ ਦੋਨੋਂ ਇਕੱਠੇ ਲੱਗੇ ਸੀਗੇ A ਤੇ B, ਪਰ ਕੰਮ ਤੋਂ ਜਿਹੜਾ 5 ਦਿਨ ਪਹਿਲੇ ਵੀ ਆਹ ਵਾਲੇ ਜਿਹੜੇ 5 ਹੈ ਇੱਥੇ A ਹੈ ਨਹੀਂ ਵੀ, ਇਹ ਵਾਲਾ 5 ਜਿਹੜਾ ਕੰਮ ਕੀਤਾ B ਨੇ ਕੀਤਾ और B ਨੇ 5 ਦਿਨ ਕੰਮ ਕੀਤਾ ਵੀ है ना। B ने ਕੀਤਾ और B ਇੱਟਾਂ ਲੱਗ ਨਹੀਂ ਆ ਰਿਹਾ ਵੀ 3 ਇੱਟਾਂ ਲਾ ਰਿਹਾ। ਤਾਂ ਜੇ 3 ਲਾ ਰਿਹਾ ਤਾਂ 3 5 15 ਇੱਟਾਂ ਤਾਂ ਵੀ B ਨੇ ਲਾ ਦਿੱਤੀਆਂ 15 ਇੱਟਾਂ। ਬਾਕੀ ਬਚ ਗਈਆਂ 15 ਦੇ ਇਹਦੇ ਚੋਂ ਮਾਈਨਸ ਕਰ ਲਓ, ਬਾਕੀ ਇੱਟਾਂ ਬਚੀਆਂ 0 और 6 60। ਇਹ ਵਾਲੀਆਂ 60 ਇੱਟਾਂ ਜਿਹੜੀਆਂ ਉਹ A ਤੇ B ਨੇ ਲਾਈਆਂ ਕਿੰਨੇ ਦੇ ਹਿਸਾਬ ਨਾਲ 3 ਤੇ 5 8 ਦੇ ਹਿਸਾਬ ਨਾਲ। ਤਾਂ ਚਲੋ ਵੀ ਕੱਟੋ 4 ਤੇ 4 दूनी 8 और 4 15 चौके 60 15/2 15/2 दिन लग जाएंगे ਇੱਥੇ 15/2 मतलब कि 7 से 1/2 7.5 दिन ਤਾਂ ਇਹ ਵਾਲੇ ਹੋ ਗਿਆ। 5 ਦਿਨ ਜਿਹੜੇ ਲਾਸਟ ਦੇ ਵਿੱਚ ਲੱਗੇ ਸੀਗੇ 7.5 ਦਿਨ और प्लस ਦੇ ਜਿਹੜੇ 5 ਦਿਨ और टोटल ਜਿਹੜਾ 12 से 1/2 ਇਸ ਕੁਐਸਚਨ ਦਾ ਜਿਹੜਾ ਹੈ ਆਨਸਰ ਹੈ। ਠੀਕ ਹੈ, ਤਾਂ ਚਲੋ ਇਹ ਸੀਗਾ ਤੁਹਾਡਾ ਅੱਜ ਦਾ ਜਿਹੜਾ ਡੇ ਸੈਕੰਡ ਡੇ ਹੈ। ਪਰ ਸੈਕੰਡ ਡੇ ਦੇ ਵਿੱਚ ਤੁਸੀਂ ਦੱਸਣਾ ਵੀ ਕਮੈਂਟ ਕਰਕੇ ਕਿ ਤੁਹਾਨੂੰ ਇਹ ਵਾਲਾ ਜਿਹੜਾ ਟੌਪਿਕ ਹੈ ਟਾਈਮ ਐਂਡ ਵਰਕ ਕਿਵੇਂ ਲੱਗਿਆ। ਕਿ ਟਾਈਮ ਐਂਡ ਵਰਕ ਟੌਪਿਕ ਜਿਹੜਾ ਹੈ ਵੈਰੀ ਇੰਪੋਰਟੈਂਟ ਹੈ। PSSB ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਆਉਂਦੇ ਆ। ਠੀਕ ਹੈ, ਪੰਜਾਬ ਪਟਵਾਰੀ ਦੇ ਵਿੱਚ ਹੁਣ ਜਿੰਨੀਆਂ ਵੀ ਵੈਕੈਂਸੀਜ਼ ਆ ਗਈਆਂ ਨਾ 917 PSSB ਦੇ ਵਿੱਚ, ਜਿਹਦੇ ਵਿੱਚ ਕੋਆਪਰੇਟਿਵ ਬੈਂਕ ਦੀਆਂ ਵੈਕੈਂਸੀਜ਼ ਹੈ। ਫਿਰ ਉਸ ਤੋਂ ਬਾਅਦ 704 ਹੋਰ ਵੈਕੈਂਸੀਜ਼ ਆ ਜਾਂ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ ਦੀ ਵੈਕੈਂਸੀ ਆਈ ਹੋਈ ਹੈ। ਠੀਕ ਹੈ, ਐਕਸਾਈਜ਼ ਇੰਸਪੈਕਟਰ ਦੀ ਵੈਕੈਂਸੀ ਆਈ ਹੈ। ਉਸ ਤੋਂ ਬਾਅਦ ਜਿਹੜੀਆਂ ਹੋਰ PPSC ਦੀਆਂ ਤਾਂ ਸਾਰੇ ਦੇ ਸਾਰੇ ਜਿੰਨੇ ਵੀ ਪੰਜਾਬ ਸਟੇਟ ਦੇ ਪੇਪਰ ਹੁੰਦੇ ਆ ਉਹਦੇ ਵਿੱਚ ਟਾਈਮ ਐਂਡ ਵਰਕ ਦੀ ਜਿਹੜੀ ਬਹੁਤ ਜ਼ਿਆਦਾ ਵੇਟੇਜ ਹੈ। ਤਾਂ ਤੁਸੀਂ ਦੱਸੋਗੇ ਵੀ ਠੀਕ ਹੈ ਸਾਰੇ ਦੇ ਸਾਰੇ ਸਟੈਂਡਰਡ ਲੈਵਲ ਦੇ ਕੁਐਸਚਨ ਤੁਹਾਨੂੰ ਕਰਵਾਏ ਜਾਣਗੇ। ਤਾਂ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਇਹਨੂੰ ਕਮੈਂਟ ਰਾਹੀਂ ਤੁਸੀਂ ਦੱਸੋਗੇ। ਜੇ ਵਧੀਆ ਲੱਗ ਰਹੀ ਹੈ ਤਾਂ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਔਰ ਇਹਨੂੰ ਕਮੈਂਟ ਕਰੋ। ਆਪਣੇ ਫਰੈਂਡਸ ਦੇ ਵਿੱਚ ਜ਼ਿਆਦਾ ਇਹਨਾਂ ਨੂੰ ਸ਼ੇਅਰ ਕਰਨਾ। ਥੈਂਕ ਯੂ।